ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਸੁਮਨਪ੍ਰੀਤ ਕੌਰ। ਜਿਹੜੇ ਵੀ ਸਟੂਡੈਂਟਸ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਜਿਵੇਂ ਕਿ ਤੁਹਾਨੂੰ ਪਤਾ ਹੈ ਫਾਇਰਮੈਨ ਦਾ ਐਗਜ਼ਾਮ 1 ਅਕਤੂਬਰ ਨੂੰ ਹੋਣ ਜਾ ਰਿਹਾ ਹੈ, ਤਾਂ ਇਸ ਕਰਕੇ ਅਸੀਂ ਤੁਹਾਡੇ ਲਈ ਡੇਲੀ ਰਾਤ ਨੂੰ ਇੱਕ ਮੌਕ ਟੈਸਟ ਤਿਆਰ ਕੀਤਾ ਜਿਹੜਾ ਕਿ ਡੇਲੀ 8 ਵਜੇ ਹੋਵੇਗਾ। ਤੇ ਇਹ ਜਿਹੜੀ ਕਲਾਸ ਆ ਤੁਹਾਨੂੰ ਅਟੈਂਪਟ ਕਰਨ ਦੇ ਅਨੇਕਾਂ ਹੀ ਫਾਇਦੇ ਹੋਣਗੇ, ਕਿਉਂਕਿ ਇੱਕ ਤਾਂ ਇਹ ਫਾਇਦਾ ਹੈ ਕਿ ਇਹ ਆਲ ਸਬਜੈਕਟ ਮੌਕ ਟੈਸਟ ਆ, ਜਿਸ ਦੇ ਵਿੱਚ ਤੁਹਾਨੂੰ जीके ਦੇ ਪੈਟਰਨ ਵਗੈਰਾ ਪਤਾ ਲੱਗੇਗਾ, ਇੰਪੋਰਟੈਂਟ MCQ ਪਤਾ ਲੱਗਣਗੇ। ਇੰਪੋਰਟੈਂਟ MCQ ਤੁਹਾਨੂੰ ਮਿਲਣਗੇ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ PTPLS ਵੀ ਬੋਰਡ ਵੱਲੋਂ ਪਾਏ ਜਾਂਦੇ ਆ। ਇਸ ਤੋਂ ਇਲਾਵਾ ਮੈਥ ਤੇ ਰੀਜ਼ਨਿੰਗ ਦੇ ਕਨਸੈਪਟ ਤੁਹਾਨੂੰ ਸਿੱਖਣ ਨੂੰ ਮਿਲਣਗੇ, ਕਿਉਂਕਿ ਮੌਕ ਟੈਸਟ ਅਟੈਂਪਟ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਮੈਥ ਤੇ ਰੀਜ਼ਨਿੰਗ ਦੇ ਵਿੱਚ ਨਵਾਂ ਕੁਝ ਸਿੱਖਣ ਨੂੰ ਮਿਲੇਗਾ, ਉਹ ਵੀ ਇੱਕੋ ਵੀਡੀਓ ਦੇ ਵਿੱਚ ਤੇ ਆਲ ਸਬਜੈਕਟਸ ਦੇ ਵਿੱਚੋਂ, ਆਲ ਟੌਪਿਕ ਦੇ ਵਿੱਚੋਂ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਸੀਂ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਿਓ ਤੇ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਸ਼ੁਰੂ ਕਰਦੇ ਹਾਂ ਜੀ ਅਸੀਂ ਕੁਐਸਚਨ ਨੰਬਰ 1। ਸਭ ਤੋਂ ਪਹਿਲਾਂ ਦੇਖੋ ਤੁਹਾਡੇ ਲਈ ਕੁਐਸਚਨ ਆ ਜੋ ਬਹੁਤ ਮੋਸਟ ਇੰਪੋਰਟੈਂਟ ਆ, ਜਿਹੜਾ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੀ ਹੈ। ਕਿਹੜੇ ਮੇਲੇ ਵਿੱਚ ਗਧੇ ਦੀ ਪੂਜਾ ਕੀਤੀ ਜਾਂਦੀ ਹੈ? ਹਾਂਜੀ, ਗਧਿਆਂ ਦੀ ਪੂਜਾ ਕਿਹੜੇ ਮੇਲੇ ਦੇ ਵਿੱਚ ਕੀਤੀ ਜਾਂਦੀ ਹੈ? ਜਰਗ ਦੇ ਮੇਲੇ ਦੇ ਵਿੱਚ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਜਰਗ ਦੇ ਮੇਲੇ ਵਿੱਚ ਗਧਿਆਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਜਰਗ ਦੇ ਮੇਲੇ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਵੈਰੀ ਇੰਪੋਰਟੈਂਟ। ਅਗਲਾ ਪ੍ਰਸ਼ਨ ਆ, ਸਟਾਪੂ ਕੀ ਹੈ? ਜਿਹੜੇ ਸਟੂਡੈਂਟਸ ਨੇ ਪਿਛਲੇ ਸਾਲ ਪਟਵਾਰੀ ਦਾ ਪੇਪਰ ਦਿੱਤਾ ਤਾਂ ਉਹ ਦੇਖ ਕੇ ਹੀ ਸਮਝ ਜਾਣਗੇ ਕਿ ਕਿੰਨਾ ਇੰਪੋਰਟੈਂਟ MCQ ਹੈ ਇਹ। ਸਟਾਪੂ ਕੀ ਹੈ? ਸਟਾਪੂ ਕੀ ਆ? ਇੱਕ ਖੇਡ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੈ। ਸਟਾਪੂ ਇੱਕ ਖੇਡ ਹੈ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਸਟਾਪੂ। ਹਾਂਜੀ, ਅਗਲਾ ਪ੍ਰਸ਼ਨ ਆ, ਗੁਰਦੁਆਰਾ ਬਾਉਲੀ ਸਾਹਿਬ ਕਿੱਥੇ ਹੈ? ਹਾਂਜੀ, ਇਸ ਤੋਂ ਇਲਾਵਾ ਇਹ MCQ ਤੁਹਾਨੂੰ ਇਸ ਤਰ੍ਹਾਂ ਘੁਮਾ ਫਿਰਾ ਕੇ ਆ ਸਕਦਾ ਕਿ ਬਾਉਲੀ ਦਾ ਨਿਰਮਾਣ ਕਿਹਨਾਂ ਨੇ ਕਰਵਾਇਆ ਸੀ? ਤਾਂ ਬਾਉਲੀ ਦਾ ਨਿਰਮਾਣ ਗੋਇੰਦਵਾਲ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਨੇ ਕਰਵਾਇਆ ਸੀ। ਤੇ ਗੁਰਦੁਆਰਾ ਬਾਉਲੀ ਸਾਹਿਬ ਕਿੱਥੇ ਆ? ਗੋਇੰਦਵਾਲ ਦੇ ਵਿੱਚ ਆ। ਗੋਇੰਦਵਾਲ ਦੀ ਸਥਾਪਨਾ ਕਿਹਨਾਂ ਨੇ ਕੀਤੀ ਸੀ? ਸਿੱਖਾਂ ਦੇ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਨੇ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ, ਗੋਇੰਦਵਾਲ। ਅਗਲਾ ਪ੍ਰਸ਼ਨ ਆ ਜੀ, ਕਿਹੜੇ ਗੁਰੂ ਜੀ ਨੂੰ ਬੰਦੀ ਛੋੜ ਗੁਰੂ ਕਿਹਾ ਜਾਂਦਾ ਹੈ? ਹਾਂਜੀ, ਕਿਹੜੇ ਗੁਰੂ ਜੀ ਨੂੰ ਬੰਦੀ ਛੋੜ ਬਾਬਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ, ਹਾਂਜੀ ਇੱਥੇ ਦੇਖ ਸਕਦੇ ਹੋ ਤੁਸੀਂ ਆਪਸ਼ਨਸ ਤੁਹਾਡੇ ਸਾਹਮਣੇ ਆ। ਬੰਦੀ ਛੋੜ ਬਾਬੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ, ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਦੱਸੋ। ਹਾਂਜੀ, ਹਰ ਇੱਕ MCQ ਨੂੰ ਤੁਸੀਂ ਆਪ ਅਟੈਂਪਟ ਕਰਨਾ ਹੈ ਐਜ਼ ਅ ਟੈਸਟ ਮੰਨਦੇ ਹੋਏ ਤੇ ਲਾਸਟ ਤੇ ਮੈਨੂੰ ਜ਼ਰੂਰ ਦੱਸਣਾ ਕਿ ਇਸ MCQ ਦੇ ਵਿੱਚੋਂ ਇਸ ਟੈਸਟ ਦੇ ਵਿੱਚੋਂ ਤੁਹਾਡੇ ਕਿੰਨੇ MCQ ਸਹੀ ਗਏ। ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਦੱਸੋ। ਹਾਂਜੀ, ਅਨੰਦਪੁਰ ਸਾਹਿਬ ਦੀ ਸਥਾਪਨਾ ਸਿੱਖਾਂ ਦੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀ ਤੇ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਆ ਮਾਖੋਵਾਲ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਹੈ ਚੱਕ ਨਾਨਕੀ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ ਆ ਜੀ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਗਿਆ ਪੱਤਰ ਜਫਰਨਾਮਾ ਕਿਹੜੇ ਸਥਾਨ ਤੇ ਲਿਖਿਆ ਗਿਆ ਸੀ ਜਾਂ ਕਿੱਥੇ ਲਿਖਿਆ ਗਿਆ ਸੀ? ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਇੱਕ ਪੱਤਰ ਲਿਖਿਆ ਸੀ ਜਿਹੜਾ ਕਿ ਫਾਰਸੀ ਦੇ ਵਿੱਚ ਲਿਖਿਆ ਗਿਆ ਸੀ ਤੇ ਇਹ ਜਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਦੇ ਵਿੱਚ ਲਿਖਿਆ ਸੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਦੀਨਾ ਕਾਂਗੜ ਦੇ ਸਥਾਨ ਤੇ ਜਫਰਨਾਮਾ ਲਿਖਿਆ ਗਿਆ ਸੀ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ। ਅਗਲਾ ਪ੍ਰਸ਼ਨ ਆ, ਇਹਨਾਂ ਵਿੱਚੋਂ ਕਿਹੜੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ? ਹਾਂਜੀ, ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ ਰਚਨਾ ਨਹੀਂ ਹੈ? ਜਾਪ ਸਾਹਿਬ, ਚੌਪਈ ਸਾਹਿਬ ਅਤੇ ਜਫਰਨਾਮਾ। ਇਹ ਸਾਰੀਆਂ ਹੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨੇ ਤੇ ਜਪਜੀ ਸਾਹਿਬ ਆ ਜੋ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ नहीं है। तो जपजी साहिब किहड़े गुरु साहिबान की रचना वा, फिर तुहानूं ये भी तो पता होना चाहिए। जपजी साहिब आ जी
श्री गुरु नानक देव जी की रचना, ठीक है। तो गुरु गोबिंद सिंह जी दियां इंपॉर्टेंट रचनावां ने जाप साहिब, अकाल उस्तत, चौपाई साहिब, वार श्री भगवती जी की, बचित्र नाटक, 24 अवतार, ये तुसी याद रखना। अगला प्रश्न, पंजाब दे सिक्ख्या मंत्री कौन हन? हाँ जी, एट प्रेजेंट पंजाब दे सिक्ख्या मंत्री कौन हन? वेरी वेरी इंपॉर्टेंट। ते पंजाब दे सिक्ख्या मंत्री है जी हरजोत सिंह बैंस, ठीक है। पंजाब दे सिक्ख्या मंत्री कौन ने? हरजोत सिंह बैंस ने, ये तुहानू पता होना चाहिए। ते इस तो इलावा हरजोत सिंह बैंस कोले होर किहड़े-किहड़े मंत्रालय आ? हाँ जी, जल्दी नाल कमेंट बॉक्स दे विच लिखो। 3 सैकेंड दिन्नी आ मैं तुहानू कमेंट बॉक्स दे विच लिखण लई कि हरजोत सिंह बैंस कोल किहड़े-किहड़े मंत्रालय ने। हाँ जी, हरजोत सिंह बैंस कोल स्कूली सिक्ख्या, हायर एजुकेशन अते तकनीकी सिक्ख्या अते इंडस्ट्रीयल ट्रेनिंग दे मंत्रालय ने। इस तो इलावा पंजाब दे गृह मंत्री आ, ये तुहानू पता होना चाहिए, भगवंत सिंह मान, ठीक है। मुख मंत्री कोल जेल विभाग भी चलिया गया। पहला जेल विभाग आ जिहड़ा हरजोत सिंह बैंस कोल सी, हुण मुख मंत्री ने अपने अंडर ले लिया, जां कह सकते हैं मंत्राला हुण मुख मंत्री भगवंत मान कोल आ, ठीक है जी। गृह मंत्री भी साडे भगवंत मान आ ते पंजाब दे चीफ मिनिस्टर भी भगवंत मान है, तुहानू पता होना चाहिए, ठीक है जी। अगला प्रश्न, सतलुज अते व्यास दा संगम कित्थे हुंदा है? हाँ जी, सतलुज अते व्यास दा संगम कित्थे हुंदा है? सतलुज अते व्यास दा संगम हुंदा है जी हरीके। ऑप्शन नंबर ए इज द राइट आंसर। अगला प्रश्न, थीन डैम दा होर नाम की है? हाँ जी, थीन डैम आ जिहड़ा ये रावी दे किनारे ते बनिया होया है, ठीक है। थीन डैम दा जिहड़ा होर नाम आ, दूजा नाम आ, वो किहड़ा नाम आ जी थीन डैम दा? इन्हां विचों रंजीत सागर डैम। ऑप्शन डी इज द राइट आंसर। अगला प्रश्न, अमृतसर जिला किहड़ियां 2 नदियां दे विचकार आउंदा है? हाँ जी, अमृतसर जिला किहड़ियां 2 नदियां दे विचकार आउंदा? देखो, अमृतसर माझे दे विच आउंदा ते माझा किहड़ियां नदियां दे विचकारला इलाका वा? माझा किहड़ियां नदियां दे विचकारला इलाका? रावी अते व्यास नदियां दे विचकारला इलाका है, ठीक है। ऑप्शन बी इज द राइट आंसर, माझा। माझे दे विच 4 जिले आउंदे आ, अमृतसर, पठानकोट, हुशियारपुर अते गुरदास तरन, ठीक है। ये भी तुहानू पता होना चाहिए, ठीक है जी। अगला प्रश्न, भारत दे किहड़े राज विच 4 प्राचीन ग्रंथ लिखे गए हन? हाँ जी, 4 प्राचीन ग्रंथ जिहड़े कि भारत दे राज विच लिखे गए आ, ते किहड़े राज विच लिखे गए आ? वो लिखे गए आ पंजाब दे विच। ऑप्शन ए इज द राइट आंसर। ते 4 प्राचीन ग्रंथ किहड़े ने, ये भी तुसी कमेंट बॉक्स दे विच जरूर दसना। अगला प्रश्न आ जी, भारत दा इतिहास किस दौर तो शुरू हुंदा है? हाँ जी, भारत दा जिहड़ा इतिहास आ वो इन्हां विचों किहड़े दौर तो शुरू हुंदा है? देखो, सब तो पहला जदों भारत दे विच खोजां शुरू होईयां सीगियां, जां आपां कह सकते हैं कि हड़प्पा सभ्यता की खोज हो रही सी ना, खोजां ही हो रही सी सभ्यतावां दे विच, तां उस समय सब तो पहला उस टाइम दे विच सब तो पहला जिहड़ा पंजाब दा इतिहास आ, जे आपां इसदी गल करिए, चाहे भारत दे इतिहास की गल करिए, ठीक है, क्योंकि भारत पंजाब दा बहुत वड्डा हिस्सा सी, तां कित्थों शुरू होया सीगा? तो यह शुरू होया सी जे आर्या दे आगमन तो, क्योंकि उस टाइम तो मनुखां दे मन विच लालच उभर आया सी। जदों खोजां शुरू होईयां तां पता लग्या कि धरती दे विचों कीमती समान मिल रहा है, जदों खुदाई हो रही सी, ठीक है। तां नाल दी नाल लालच उभरिया, नाल दी नाल आके समाजां दा अलग अलग कबीलियां दा इत्थे आगमन हो गया सी। तो सब तो पहला आए सी आर्या, ते सब तो पहला किहड़े साम्राज की स्थापना हुई सी, ये भी तो आ सकदा, ठीक है। पंजाब दे विच सब तो पहला जां भारत दे विच सब तो पहला मौर्य साम्राज की स्थापना हुई सी, ठीक है जी। ते आर्या दे आगमन तो साडा जिहड़ा इतिहास आ वो शुरू हो गया सी। इस तो प्री हिस्टरी ते, इस तो प्री यानी कि पहला मनुख किवें दा सी, किमें किमें उभरिया, किमें किमें डिवेलपमेंट्स हुई, उस ते मैं अलग तो वीडियो बना चुकी हाँ, जिहड़ा हिस्टरी का पार्ट 1 आ, तुसीं वो भी जरूर देखना। उस दे नाल तुहाडी नॉलेज दे विच की इंक्रीमेंट होऊगा, जां तुहानूं डे मतलब कि स्टैप बाय स्टैप हिस्टरी सारी समझ आवेगी कि की होया सी। अगला प्रश्न, लोधी खानदान का संस्थापक कौन सी? हाँ जी, लोधी खानदान
लोधी खानदान के संस्थापक सीगे इन्हां दे विचों कौन सीगे जी? बहलौल लोधी। ऑप्शन नंबर सी इज द राइट आंसर है, बहलौल लोधी लोधी खानदान के संस्थापक सी। अगला प्रश्न है जी, ते जेकर आपां गल करिए इन्हां दे विचों लोधी वंश किन्हां दे नाल खत्म हो गया सी, जां लोधी वंश का आखिरी शासक कौन सी? ਉਹ ਸੀ जी इब्राहिम लोधी। पानीपत की लड़ाई हुई सी, जिवें कि तुहानूं पता पहली लड़ाई हुई सी 1526 ईस्वी दे विच बाबर अते इब्राहिम लोधी दे विचकार। ਇਹਦੇ ਵਿੱਚ इब्राहिम लोधी मारिया गया सी, नाल ही लोधी वंश का अंत हो गया। ठीक है, तो बाबर जित गया सी। अगला प्रश्न है जी, पानीपत की पहली लड़ाई कदों हुई सी? मैं तुहानूं ऑलरेडी दस चुकी हाँ। पानीपत की पहली लड़ाई इब्राहिम लोधी अते बाबर दे विचकार 1526 दे विच हुई सी। ऑप्शन ए इज द राइट आंसर है। अगला प्रश्न, पंजाब विच हीरो साइकिल फैक्ट्री कित्थे स्थित है? हाँ जी, पंजाब दे विच हीरो साइकिल फैक्ट्री कित्थे स्थित है? लुधियाना दे विच। ऑप्शन बी इज द राइट आंसर है। हीरो साइकिल फैक्ट्री होजरी का समान जां उद्योगिक सिटी जां पंजाब दा मैनचेस्टर, ये सारा लुधियाना नूं ही बोलिया जाता। ठीक है, लुधियाना वा जिहड़ा इस दे विच सब तो वध उद्योग आ। अगला प्रश्न, केड़ा मेला सिख धर्म नाल संबंधित है? हाँ जी, जिहड़ा आपां गल करिए जगराऊं लगदा रोशनी का मेला, तो रोशनी का मेला पीरां दे नाल संबंधित आ। जरग का मेला माता दे नाल संबंधित आ। छपार का मेला गुग्गा नौमी दे नाल संबंधित आ। ठीक है, मुक्तसर का मेला सिखां दे नाल संबंधित आ, जानी कि सिख धर्म दे नाल संबंधित आ मुक्तसर का मेला। जिवें कि तुहानूं पता उत्थे 40 मुक्ते शहीद होए सी ते ओनू खिदराणे दी ढाब सी उसका पुराना नाम, ते फिर गुरु गोबिंद सिंह जी ने मुक्तसर का नाम दिता सी। ठीक है, अगला प्रश्न है जी, सही चोण करनी है। तो देखो मेघालय, भोपाल, मध्य प्रदेश अगरतला, अरुणाचल प्रदेश ईटानगर, त्रिपुरा शिलोंग, इन्हां दे विचों केड़ा सही आ? हाँ जी, देखो इहदे विचों केड़ा सही आ? जेकर असीं मेघालय की गल करिए तो मेघालय की कैपीटल आ शिलोंग। ठीक है, मध्य प्रदेश की गल करिए तो इसकी कैपीटल आ भोपाल। त्रिपुरा की गल करिए तो इसकी कैपीटल आ अगरतला। अरुणाचल प्रदेश की गल करिए तो इसकी कैपीटल आ ईटानगर। दैट मीनस ऑप्शन नंबर सी इत्थे राइट आंसर है। अगला प्रश्न, सुतंत्रता का पहला युद्ध किस नूं मन्निया जाता है? हाँ जी, सुतंत्रता का पहला युद्ध जानी कि साडी जो आज़ादी आ उसका पहला युद्ध मन्निया जाता है 1857 ईस्वी का विद्रोह। जानी कि 1857 ईस्वी का जिहड़ा विद्रोह आ यह सुतंत्रता का पहला युद्ध मन्निया जाता है। वैरी इंपॉर्टेंट, तुसीं याद रखना। एक पाइका विद्रोह होया सी, कदों होया सी? 1820 दे विच उड़ीसा दे विच होया सी। उड़ीसा ने 2022 दे विच सेंट्रल गौरमेंट तो ही मंग की कि सुतंत्रता का पहला युद्ध पाइका विद्रोह मन्निया जाए, पर सेंट्रल गौरमेंट ने मना कर दिता। सुतंत्रता का पहला युद्ध 1857 ईस्वी का विद्रोह ही मन्निया जाता। ठीक है, अगला प्रश्न, हाँ जी, इन्हां दे विचों देखो ऑप्शनस आ जिहड़ियां टाइप नहीं हो रही सी इस ढंग दे नाल, तां मैं नोटबुक ते लिख के विच ऐड कर दित्तियां ने। उन्होंने सम दिते आ, मैथ पोर्शन साडा शुरू हो चुकिया है। ठीक है, कि इस नूं हल करना सिंपलीफिकेशन दे विचों आ ये, जां कह सकते हैं फ्रैक्शन दे विचों आ। फ्रैक्शन सिंपलीफिकेशन दे विच भी आ जांदा, जिवें कि तुहानूं पता है। ठीक है, दिता होया है 93/23। उस तो बाद डिवाइड 31/69। ਜਦੋਂ भी साढ़े कोल दो फ्रैक्शनस डिवाइड होण तां असीं की करदे हां, उत्थे मल्टीप्लाई का निशान पा दिंदे आ, नाल ही जिहड़ी दूसरी फ्रैक्शन पई हुंदी है उहनूं रेसिप्रोकल कर दिंदे आ, जानी कि उहदा उल्ट करके लिख दिंदे आ। ठीक है, फिर गुणा 12/25 दिता होया है, फिर गुणा 5/4 दिता होया है, फिर प्लस 5/4 दिता है। ठीक है, यही दिता होया ना, ध्यान नाल देखो। हुण इस तो बाद जेकर आपां गल करिए, तुसीं देखो 23 एकम 23, 23 तिया 69, 31 एकम 31, 31 तिया 93, एक चौका चौका, क्योंकि सारे नंबर आपस च मल्टीप्लाई हो रहे हैं बिना विदाउट इस तो, बिना ये तो। ठीक है, 4 तिये 12, एक पांजा पांजा, पांजो पांजी 25। हुण रह गया इत्थे तुहाडे कोले 3 गुणा 3 9 गुणा 3 27, 27/5 कितना बच गया? 27/5। ठीक है जी, लिख लेने आप अड्ड करके 27/5 प्लस
5/4 यही तुहाडे कोले बनिया ना 5/4 ते 27/5 ते 5/4 ठीक है प्लस हो रहे आ। हुण जदों इन्हां दा असीं एलसीएम लवांगे तां एलसीएम लैण दे लई तुहानूं पता 5 ते 4 की आ ऑड नंबर आ तां इन्हां दा एलसीएम किन्ना बन जाऊगा 20 ठीक है। येलो कलर देखो इन्हां दा एलसीएम बन गया 20 5 ते 4 दा। जदों एलसीएम लाओगे 27 चौका किन्ने हुंदे आ 27 चौका 7 चौका 28 2 गए हासिल 108 प्लस 128 ठीक है 2 गए हासिल 4 दूनी 8 ते 2 10 7 चौका 28 ठीक है 10 ही हुंदे आ। उस तो बाद 5 5 25 इन्हां नूं तुसीं ऐड करोगे तो तुहाडे कोले बन गया 133/20। जदों मैं इन्हां नूं डिवाइड कीता ठीक है जदों मैं इन्हां नूं डिवाइड कीता तां ये मेरे कोले बनूगा मिक्स फ्रैक्शन दे विच 6 सही 13/20 क्योंकि 20 शिका किन्ने हुंदे आ 20 शिका हुंदे आ 120 प्लस 13 133 ठीक है 133/20 तो 6 सही 13/20 देखो केड़ी ऑप्शन आ ऑप्शन डी। अगला प्रश्न करते हैं जी असी हाँ जी 340 150 210 240 300 ते 320 इन्हां दी औसत पता करो। औसत का फॉर्मूला की हुंदा औसत बराबर है संख्यावां दा जोड़ मतलब इन्हां सारियां दा जोड़ ठीक है प्लस 150 प्लस 210 प्लस 240 प्लस 300 प्लस 310 प्लस 320 ये हुंदा संख्यावां दा जोड़। औसत दा फॉर्मूला दा संख्यावां दा जोड़ बटा संख्यावां दी गिणती। इत्थे सीगियां 7 संख्यावां तां मैं 7 दी करती आपां 7 दा की करता जोड़ करता ठीक है। हुण जदों तुसीं इस दा जोड़ करोगे हाँ जी इन्हां सारियां दा जदों तुसीं जोड़ करोगे ये बनूगा 1870/7 ठीक है। तो इन्हां नूं जदों मैं डिवाइड करूँगी देखो 2 7 14 मगर बच जाने 4 हासिल ठीक है फिर जाऊगा 6 ते 7 6 42 ठीक है फिर उस तो बाद जाऊगा ये 7 ते 7 7 49 फिर 1 ते फिर 4 ते तां 267.14 केड़ी ऑप्शन आ ऑप्शन सी। औसत दा फॉर्मूला हुंदा संख्यावां दा जोड़ तां मैं इन्हां सारियां संख्यावां दा जोड़ करता बटा संख्यावां दी गिणती। जे फॉर्मूला हुंदा तां आसानी नाल कर सकदे आ ठीक है। अगला प्रश्न आ वेरी इंपॉर्टेंट 6 रुपए का हाँ जी 6 रुपए का 25 पैसे केड़ी पिन होवेगी जानी कि फ्रैक्शन तुसी पता करनी आ 25 पैसे दी 600 रुपए 25 पैसे दी 6 रुपए दे विचों तुसी फ्रैक्शन दसनी है ठीक है 6 रुपए दे विचों तां असी 25/6 तां मैं तां लिख सकदी सी ना जे मैनूं 6 पैसे दिते हुंदे। हुण 6 तां रुपए दिते आ 25 पैसे दिते आ तां इहनूं समझो 1 रुपए दे विच 1 रुपए दे विच 100 पैसे हुंदे आ तां मैं 6 रुपइयां नूं पैसे दे विच कन्वर्ट कर लवांगी तां जो मेरा आंसर आ जिहड़ा बिल्कुल सही आवे ठीक है। तां 25 पैसे आ जिहड़े ओहदी असीं जदों भिन्न लिखांगे 600 दे नाल तां ओह बनूगी 25 5 5 25 120 5 600 तां 5/120 बन गई ठीक है 1 5 5 2 5 10 4 5 20 तां भिन्न बन गई तुहाडे कोले 1/24 क्योंकि असीं 25 पैसे दी भिन्न लिखनी सीगी 6 रुपए दे नाल तां ओह लिखण दे लई सानू की आ पैसिਆਂ ਨੂੰ रुपइयां दे विच कन्वर्ट करना पैना ठीक है जी। तां राइट आंसर की बनिया ऑप्शन सी 1/24। अगला प्रश्न 1 किलोमीटर दी 50 मीटर केड़ी दशमलव संख्या बनेगी। हाँ जी 1 किलोमीटर दी 50 मीटर दे विच असीं दशमलव लिखना क्योंकि फ्रैक्शन एंड डेसीमल तुहाडा टॉपिक आ ठीक है। हुण देखो 1 किलोमीटर दे विच किन्ने मीटर हुंदे आ 1000 मीटर ही होणगे ना तां फिर सेम इत्थों ही समझो कि 1 मीटर दे विच किन्ने किलोमीटर होणगे 1 मीटर दे विच 1/1000 किलोमीटर होणगे। देखो जे मैं इस नूं डिवाइड करदा 1000 ते तां मैनूं पता लग जूगा ना 1 मीटर दे विच 1/1000 किलोमीटर होणगे। सेम इसे तरह असीं की दसना 50 मीटर दा ठीक है 50 मीटर का ही दसना ना तो 50 मीटर के लिए मैं की करूँगी 50 नाल दोनों साइड मल्टीप्लाई तो 50/1000 आ गया 1 0 नाल 1 0 कट रह गया तुहाडे कोले 5/100। हुण जदों भी हेठां 2 जीरोज़ होण जदों हेठां 2 जीरोज़ हुंदियां वा तां असीं की करदे आ
2 ਡਿਜਿਟ ਛੱਡ ਕੇ ਪੁਆਇੰਟ ਲਾਉਨੇ ਆ। ਜਿਵੇਂ ਇੱਥੇ मैं 5 ਤਾਂ ਲਿਖਤਾ ਪਰ ਮੈਨੂੰ 2 ਡਿਜਿਟ ਚਾਹੀਦੇ ਆ, मैं ਕੀ ਲਿਖੂੰਗੀ क्योंकि हेठां 2 0 आ 0.05 तो 0.05 ऑप्शन डी राइट आंसर है। ठीक है जी। अगला प्रश्न, कुछ राशि कविता ਅਤੇ ਰੀਮਾਂ ਦੇ ਵਿਚਕਾਰ 4:3 ਦੇ ਅਨੁਪਾਤ ਵਿੱਚ ਵੰਡੀ ਜਾਣੀ ਹੈ। ਜੇਕਰ ਰੀਮਾਂ ਦਾ ਹਿੱਸਾ 2400 ਰੁਪਏ ਹੋਵੇ ਤਾਂ ਕੁੱਲ ਰਾਸ਼ੀ ਪਤਾ ਕਰੋ। हाँ जी, ਜਿਹੜੀ ਰਾਸ਼ੀ ਆ ਉਹ ਰੀਮਾਂ ਅਤੇ ਕਵਿਤਾ ਜਾਨੀ ਕਿ ਕਵਿਤਾ ਨੂੰ ਇਸ ਰਾਸ਼ੀ ਦਾ कोई चौथा क हिस्सा मिलता होना। ठीक है, जानी कि कुछ भी आप मन के चलते होंगे ना, ये जानी कि जो पहला कविता लिखिया ये कोरसपोंडिंग 4 आ, रीमा लिखिया तो बाद विच तां रीमा दे कोरसपोंडिंग 3 आ, मतलब रीमा नूं मन के चलो 3 हिस्सा मिलिया 3x। ठीक है, कोई ना कोई वेरीएबल तो लवांगे ही ना, फिर ही कट सकांगे। कोई भी वेरीएबल ले लो, मन के चलो कि रीमा नूं इहदा तीजा हिस्सा मिलिया 3x मिलिया, 3 गुणा मिलिया। ठीक है, ਤਾਂ ਕਿੰਨਾ ਮਿਲਿਆ ਰੀਮਾ ਨੂੰ? ਜੇਕਰ ਰੀਮਾ ਦੇ ਹਿੱਸੇ 2400 ਆਏ, 2400 ਮਿਲਿਆ। ਠੀਕ ਹੈ, ਤਾਂ ਕੁੱਲ ਰਾਸ਼ੀ ਅਸੀਂ ਕੱਢਣੀ ਆ। ਤਾਂ x ਬਰਾਬਰ ਹੈ 2400, 3 ਇੱਧਰ ਮਲਟੀਪਲਾਈ ਹੋ ਰਿਹਾ, ਇੱਧਰ ਆ ਕੇ ਹੋ ਗਿਆ ਡਿਵਾਈਡ, 800 ਆ ਗਿਆ। x ਆ ਗਿਆ 800। ਜਿਵੇਂ ਹੀ x 800 ਆਇਆ ਤਾਂ ਦੇਖੋ ਕਵਿਤਾ ਦੇ ਹਿੱਸੇ ਕਿੰਨੇ ਆਏ? 4x। ਕਵਿਤਾ ਦੇ ਹਿੱਸੇ 4x ਆਏ ਆ ਨਾ, ਤਾਂ 4x ਕਿੰਨਾ ਵਾ? 800। ਜਾਨੀ कि इत्थों पता लग गया कि कविता नूं 3200 रुपया मिलिया। ठीक है, कविता नूं 4 गुणा मिलिया किसी राशि का, ते रीमा नूं 3 गुणा मिलिया सी किसी राशि का। ठीक है, हुण कविता नूं मिलिया 3200 रुपया ते रीमा नूं मिलिया 2400। असीं टोटल राशि दसनी है। 3200 प्लस 2400 किन्ने होणगे? देखो फिर 3200 प्लस 2400 किन्ने होणगे? 2 0 तो एज इट इज ही है, 4 ते 2 6, 2 ते 2 5, जानी कि 5600 रुपए। तो ऑप्शन ए इत्थे राइट आंसर है। अगला प्रश्न है जी, 5% का 3% की होवेगा? हाँ जी, 5% का 3% की होवेगा? तो देखो 5% बटा 3, क्योंकि असी टोटल नंबर हेठा रखते होंगे ना, 5 चों 3 का दसना वा, तो 5 चों 3 का प्रतिशत नाल तो प्रतिशत ही कैंसिल हो जाएंगे, क्योंकि बटा 100 लावांगे तो कैंसिल हो जाना। हुण असी अगे भी तो प्रतिशत ही कढ़ना। 5% का 3% की होवेगा, तो असी ये प्रतिशत ही दसना। सानू ऑप्शन तो पता लग रहा कि प्रतिशत च कढ़ना, इस करके मैं गुणा 100 किया। 20 5 100 होंदे आ, उपर भी 3 आ ते उपर 3 गुणा हो रहा 20 दे नाल। ठीक है, 20 या 60 होंदे आ, तो ऑप्शन ए इत्थे राइट आंसर है कि 60% होवेगा। अगला प्रश्न, जदों एक रेडियो नूं 960 रुपए ते वेचिया जांदा है, हाँ जी, ਜਿਹੜੇ स्टूडेंट्स पूरी डिटेल ਦੇ ਵਿੱਚ ਕਰਨਾ ਚਾਹੁੰਦੇ ਨੇ ਸਟੈਪ ਬਾय ਸਟੈਪ, ਤਾਂ ਮੈਂ ਤੁਹਾਨੂੰ ਹਰੇਕ ਟੌਪਿਕ ਕਲੀਅਰ ਕਰਵਾਇਆ ਹੋਇਆ ਹੈ। ਜਿਵੇਂ ਅਸੀਂ ਗੱਲ ਕਰੀਏ ਪ੍ਰੋਫਿਟ ਐਂਡ ਲਾਸ ਵੀ ਮੈਂ ਤੁਹਾਨੂੰ ਕਰਵਾ ਦਿੱਤਾ, ਤੁਸੀਂ ਉਹਦੇ ਤੋਂ ਦੇਖ ਸਕਦੇ ਆ ਕਿ ਕਿਵੇਂ ਅਸੀਂ ਕਾਸਟ ਪ੍ਰਾਈਸ ਸੇਲਿੰਗ ਪ੍ਰਾਈਸ ਪਤਾ ਕਰਨਾ। ਜਦੋਂ ਇੱਕ ਰੇਡੀਓ ਨੂੰ 960 ਰੁਪਏ ਤੇ ਵੇਚਿਆ ਜਾਂਦਾ ਹੈ ਤਾਂ ਇਸ ਉੱਤੇ ਹਾਨੀ ਹੁੰਦੀ ਆ। ਜਦੋਂ ਵੀ ਹਾਨੀ ਹੋਵੇ, ਸੇਲਿੰਗ ਪ੍ਰਾਈਸ ਦਾ ਫਾਰਮੂਲਾ ਹੁੰਦਾ 100 ਮਾਈਨਸ ਹਾਨੀ। ठीक है, जानी कि लॉस परसेंटेज बटा 100 गुणा कॉस्ट प्राइस, यही हुंदा ना। तो ये फॉर्मूला का इस्तेमाल करके असी खरीद मुल कढ़ लवांगे। जदों एक रेडियो नूं 960 रुपए ते वेचिया जांदा, यानी कि सेलिंग प्राइस 960 हो गया, तो इस उत्ते 20% की हानि हुंदी है। 100 माइनस 20%, 100 माइनस 20 80 बन गया। ठीक है, 80 की हानि हुंदी है बटा 100 गुणा कॉस्ट प्राइस। ठीक है जी, हुण इहनूं ध्यान नाल देखो अगे। तो 100 की है इधर डिवाइड हो रहा, दूसरे पासे जाके की होगा मल्टीप्लाई, बटा 80 गुणा हो रहा, तो इधर आके की हो गया डिवाइड, बराबर आ गया कॉस्ट प्राइस। 1 0 नाल 0 कट, 1 8 8 आ। ठीक है, इत्थे जो लगावांगे 1 8 8 2 8 16, ये बन गया 12, 12 ते कट्टिया गया 12 गुणा 100 1200। दैट मीनस वो जिहड़ा रेडियो आ उसका खरीद मुल किन्ना वा? 1200 रुपया वा। सॉरी, इत्थे बाई मिसटेक ऑप्शन 120 बन गई, टाइपिंग दे विच कई बार मिसिंग हो जाती है, तो ऑप्शन डी इत्थे राइट आंसर होगा 1200। ठीक है जी। अगला प्रश्न है जी, कुछ पैसे सधारण ब्याज की दर ते 2 सालां लई 240 रुपए ਅਤੇ 5 ਸਾਲਾਂ ਲਈ 2600 रुपए हो जाते हैं, तो पैसे पता करो। हाँ जी, वो पैसे पता करने आ ਜਿਹੜੇ 2 ਸਾਲਾਂ ਵਿੱਚ 2240 रुपए ਅਤੇ 5 ਸਾਲਾਂ ਦੇ ਵਿੱਚ 2600 रुपए हो जाते हैं। वो पैसे किन्ने आ? ਹੁਣ 2 ਸਾਲਾਂ ਦੇ ਵਿੱਚ ਤਾਂ ਹੋ ਗਏ
2200 ਪਹਿਲਾਂ ਆਪਾਂ 5 ਸਾਲਾਂ ਵਾਲੇ ਲਿਖਦੇ ਹਾਂ। 5 ਸਾਲਾਂ ਦੇ ਵਿੱਚ ਹੋ ਗਏ 2600 ਰੁਪਇਆ। ਕਿੰਨੇ ਤੋਂ ਵੱਧ ਕੇ ਹੋਏ ਆ? 2240 ਤੋਂ ਵੱਧ ਕੇ ਹੋਏ ਆ। ਦੇਖੋ 2240 ਤੋਂ ਵੱਧ ਕੇ ਹੋਏ ਆ, ਕਿੰਨੇ ਸਮੇਂ ਦੇ ਵਿੱਚ ਹੋਇਆ? 2 ਸਾਲਾਂ ਦੇ ਵਿੱਚ। ਠੀਕ ਹੈ, ਆ ਮੈਂ ਸਮਾਂ ਲਿਖਿਆ ਇੱਧਰ, ਟਾਈਮ, ਤੇ ਇੱਧਰ ਪੈਸੇ। 5 ਸਾਲਾਂ ਦੇ ਵਿੱਚ ਕੁਝ ਪੈਸੇ 2600 ਹੋ ਗਏ, 2 ਸਾਲਾਂ ਦੇ ਵਿੱਚ 2240 ਹੋ ਗਏ, ਮਤਲਬ ਵਿਆਜ ਲੱਗ ਰਿਹਾ। ਤਾਂ ਆਪਾਂ ਨੂੰ ਇੱਥੋਂ ਪਤਾ ਲੱਗ ਜਾਊਗਾ ਵਿਆਜ ਜਦੋਂ ਮੈਂ ਮਾਈਨਸ ਕਰੂੰਗੀ ਕਿ 3 ਸਾਲਾਂ ਦੇ ਵਿੱਚ, ਕਿਉਂਕਿ ਇੱਧਰ ਸਮਾਂ ਵਾ ਨਾ, 5 ਚੋਂ ਮਾਈਨਸ ਕੀਤੇ 2, 3 ਸਾਲਾਂ ਦੇ ਵਿੱਚ ਵਿਆਜ ਕਿੰਨਾ ਲੱਗਿਆ ਇੱਥੋਂ ਸਾਨੂੰ ਪਤਾ ਲੱਗ ਜਾਵੇਗਾ ਜਦੋਂ ਮੈਂ ਮਾਈਨਸ ਕਰਾਂਗੀ। 360 ਰੁਪਏ। 3 ਸਾਲਾਂ 'ਚ ਕਿੰਨਾ ਵਿਆਜ ਲੱਗਿਆ? 360 ਰੁਪਏ। ਮਤਲਬ 1 ਸਾਲ ਦਾ ਕਿੰਨਾ ਵਿਆਜ ਆ? ਹਾਂਜੀ, ਜੇ ਇੱਥੋਂ ਕੱਢਣਾ ਹੋਵੇ ਤਾਂ 1 ਸਾਲ ਦਾ ਵਿਆਜ ਦੇਖੋ, 1 ਸਾਲ ਦਾ ਵਿਆਜ, ਹਾਂਜੀ 1 ਸਾਲ ਦਾ ਵਿਆਜ ਦੇਖ ਲੈਂਦੇ ਹਾਂ ਅਸੀਂ। ਪਹਿਲਾਂ ਆਪਾਂ ਗੱਲ ਕਰਦੇ ਹਾਂ 1 ਸਾਲ ਦੇ ਵਿਆਜ ਦੀ। ਤਾਂ 1 ਸਾਲ ਦਾ ਵਿਆਜ ਹੋ ਗਿਆ 120 ਰੁਪਏ। ਠੀਕ ਹੈ, ਹੁਣ ਇੱਥੇ ਸਾਨੂੰ 2 ਸਾਲਾਂ ਦੇ ਵਿੱਚ ਕੋਈ ਰਾਸ਼ੀ 2240 ਰੁਪਏ ਬਣੀ ਆ। 2 ਸਾਲਾਂ ਦੇ ਵਿੱਚ ਬਣੀ ਆ ਨਾ, ਤਾਂ 2 ਸਾਲਾਂ ਦਾ ਵਿਆਜ ਕਿੰਨਾ ਹੋ ਗਿਆ? 240। ਤਾਂ 240 ਰੁਪਏ, ਇਹ 2240 ਰੁਪਏ ਆ ਜਿਹੜੇ 2 ਸਾਲਾਂ ਦੇ ਵਿੱਚ ਬਣੇ ਆ ਨਾ। ਜਦੋਂ ਮੈਂ 240 ਘਟਾਤੇ ਤਾਂ ਮਤਲਬ ਟੋਟਲ ਰਾਸ਼ੀ ਆ ਜੋ ਮੇਨ ਉਹ 2000 ਹੀ ਸੀ, ਉਹਨੂੰ ਵਿਆਜ ਲੱਗ ਕੇ 240 ਰੁਪਏ 2240 ਬਣ ਗਏ ਨਾ। ਫਿਰ ਉਹਨੂੰ ਵਿਆਜ ਲੱਗਿਆ, ਫਿਰ ਉਹ ਬਣ ਗਏ 2600। ਤਾਂ ਮਤਲਬ ਕੀ ਆ ਕਿ ਜਿਹੜੀ ਉਹ ਟੋਟਲ ਰਾਸ਼ੀ ਸੀਗੀ, ਮੂਲ ਰਾਸ਼ੀ, ਉਹ 2000 ਰੁਪਏ ਆ। ਤਾਂ ਆਪਸ਼ਨ ਬੀ ਇੱਥੇ ਰਾਈਟ ਆਂਸਰ ਹੈ। ਅਗਲਾ ਪ੍ਰਸ਼ਨ, ਅੰਕ 1057 ਦਾ ਪ੍ਰਯੋਗ ਕਰਕੇ 4 ਅੰਕਾਂ ਦੀ ਬਣਾਈ ਗਈ ਸਭ ਤੋਂ ਵੱਡੀ ਸੰਖਿਆ ਲਿਖੋ। ਜਦੋਂ ਵੀ ਵੱਡੀ ਸੰਖਿਆ ਲਿਖਣੀ ਹੁੰਦੀ ਆ ਤਾਂ ਪਹਿਲਾਂ ਤੁਸੀਂ ਸਭ ਤੋਂ ਵੱਡਾ ਨੰਬਰ ਲਿਖਦੇ ਹੋ, ਫਿਰ ਉਸ ਤੋਂ ਛੋਟਾ, ਫਿਰ ਉਸ ਤੋਂ ਛੋਟਾ, ਫਿਰ ਉਸ ਤੋਂ ਛੋਟਾ। ਠੀਕ ਹੈ, ਤਾਂ ਉਸ ਤੋਂ ਛੋਟਾ ਕਿਹੜਾ? 1, ਤੇ ਉਸ ਤੋਂ ਛੋਟਾ 0। ਤਾਂ ਹੁਣ ਦੇਖੋ 4 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕਿਹੜੀ ਆ? ਆਪਸ਼ਨ ਡੀ 7510। ਜੇ ਉਹ ਛੋਟੀ ਪੁੱਛ ਲੈਂਦਾ ਫਿਰ ਤੁਸੀਂ ਸਭ ਤੋਂ ਪਹਿਲਾਂ ਛੋਟਾ ਲਿਖਦੇ ਆ, ਪਰ ਜੇ ਕਦੇ ਵੀ 0 ਆ ਜੇ, 0 ਤੁਸੀਂ ਨਹੀਂ ਲਿਖਣੀ ਪਹਿਲਾਂ। ਫਿਰ ਪਹਿਲਾਂ ਤੁਸੀਂ ਉਸ ਤੋਂ ਵੱਡਾ ਲਿਖੋਗੇ 0 ਤੋਂ, ਫਿਰ ਉਹਦੇ ਨਾਲ 0 ਲਿਖੋਗੇ। ਠੀਕ ਹੈ, ਜਦੋਂ ਵੀ 4 ਅੰਕਾਂ ਦੀ, ਕਿਉਂਕਿ ਅਸੀਂ 4 ਅੰਕਾਂ ਦੀ ਛੋਟੀ ਸੰਖਿਆ ਦੱਸਣੀ ਹੈ ਨਾ, 4 ਅੰਕਾਂ ਦੀ, 4 ਅੰਕਾਂ ਦੀ ਛੋਟੀ ਸੰਖਿਆ ਦੱਸਣੀ ਹੈ। ਜਿਵੇਂ 0, 1, 5, 7 ਲਵਾਂ ਤਾਂ ਇਹ ਤਾਂ 3 ਅੰਕਾਂ ਦੀ ਨਹੀਂ ਬਣੀ ਸੰਖਿਆ, 157 ਹੀ ਲੱਗ ਰਹੀ ਆ। ਠੀਕ ਹੈ, ਇਸ ਕਰਕੇ ਤੁਸੀਂ ਪਹਿਲਾਂ ਕੀ ਲਿਖੋਗੇ? ਫਿਰ 0 ਤੋਂ ਵੱਡੀ ਸੰਖਿਆ ਜੋ ਵੀ ਹੋਊਗੀ ਉਹ ਲਿਖਣੀ ਆ, ਫਿਰ ਉਹਦੇ ਨਾਲ 0 ਲਿਖਣਾ, ਫਿਰ ਛੋਟਾ, ਫਿਰ ਵੱਡਾ। ਤਾਂ ਇਹ ਸਾਡੇ ਕੋਲੇ ਛੋਟੀ ਬਣੂਗੀ। ਅਗਲਾ ਪ੍ਰਸ਼ਨ, 27, 37, 26, 36, 57 ਤੇ 56 ਇਹਦੀ ਅਭਾਜ ਸੰਖਿਆ ਲਿਖੋ। ਅਭਾਜ ਕਿਹੜੀ ਹੁੰਦੀ ਆ? ਜਿਹੜੀ ਕਿਸੇ ਹੋਰ ਪਹਾੜੇ 'ਚ ਨਹੀਂ ਆਉਂਦੀ, ਸਿਰਫ ਆਪਦੇ ਹੀ ਪਹਾੜੇ 'ਚ ਆਉਂਦੀ ਆ। ਜੇ ਆਪਾਂ 27 ਦੀ ਗੱਲ ਕਰੀਏ, 27 ਕਿਹਦੇ ਪਹਾੜੇ 'ਚ ਆਉਂਦਾ ਵਾ? 3 'ਚ ਵੀ ਆਉਂਦਾ, 9 'ਚ ਵੀ ਆਉਂਦਾ, ਤੇ ਆਪਦੇ ਆਪ 'ਚ ਵੀ ਆਉਂਦਾ। ਕੀ ਇਹ ਅਭਾਜ ਸੰਖਿਆ ਹੈਗਾ? ਨਹੀਂ। ਜੇ ਆਪਾਂ 37 ਦੀ ਗੱਲ ਕਰੀਏ, 37 ਕਿਸੇ ਪਹਾੜੇ 'ਚ ਨਹੀਂ ਆਉਂਦਾ, ਇਹ ਅਭਾਜ ਸੰਖਿਆ। ਤਾਂ ਆਪਸ਼ਨ ਇੱਥੇ ਅਸੀਂ ਕਿਹੜੀ ਲਗਾਵਾਂਗੇ? ਅਸੀਂ ਆਪਸ਼ਨ ਲਗਾਵਾਂਗੇ ਜੀ ਬੀ, 37। ਠੀਕ ਹੈ, ਉਸ ਤੋਂ ਬਾਅਦ ਵਾਲੇ ਨੰਬਰ ਵੀ ਦੇਖ ਲੈਂਦੇ ਆ। ਜੇਕਰ ਅਸੀਂ ਗੱਲ ਕਰੀਏ 26 ਦੀ, 26 13 'ਚ ਵੀ ਆਉਂਦਾ, 2 'ਚ ਵੀ ਆ ਜਾਂਦਾ ਮੋਸਟਲੀ, ਕਿਉਂਕਿ ਡਿਵਾਈਡ ਹੋ ਰਿਹਾ ਵਾ। ਠੀਕ ਹੈ, ਉਸ ਤੋਂ ਬਾਅਦ 26 ਆ ਜਿਹੜਾ ਉਹ ਆਪਣੇ ਆਪ 'ਚ ਵੀ ਆਉਂਦਾ। ਜਿਹੜਾ 36 ਦੀ ਗੱਲ ਕਰੀਏ, 36 'ਚ ਹੀ ਆਉਂਦਾ, 4 'ਚ ਵੀ ਆਉਂਦਾ, 9 'ਚ ਵੀ ਆਉਂਦਾ, 12 'ਚ ਵੀ ਆਉਂਦਾ। ਠੀਕ ਹੈ, ਇਸ ਤਰ੍ਹਾਂ 57 19 'ਚ ਆਉਂਦਾ। 56 ਦੀ ਗੱਲ ਕਰੀਏ, 7 'ਚ ਵੀ ਆਉਂਦਾ, 8 'ਚ ਵੀ ਆਉਂਦਾ। ਤਾਂ 36 ਕਿਹੜਾ ਨੰਬਰ ਆ? ਜਿਹੜਾ ਕਿਸੇ ਸੰਖਿਆ 'ਚ ਨਹੀਂ ਆਉਂਦਾ, ਜਾਨੀ ਕਿਸੇ ਟੇਬਲ 'ਚ ਨਹੀਂ ਆਉਂਦਾ। ਤੇ ਇਹ ਕੀ ਹੋ ਗਿਆ? ਅਭਾਜ। ਅਗਲਾ ਪ੍ਰਸ਼ਨ, ਹਾਂਜੀ ਹੁਣ ਸਾਡਾ ਰੀਜ਼ਨਿੰਗ ਪੋਰਸ਼ਨ ਸ਼ੁਰੂ ਹੋ ਚੁੱਕਿਆ। ਕਿਹੜੀ ਸੰਖਿਆ ਪ੍ਰਸ਼ਨਵਾਚਕ ਚਿੰਨ੍ਹ ਦੇ ਸਥਾਨ ਤੇ ਆਵੇਗੀ? ਹਾਂਜੀ, ਪ੍ਰਸ਼ਨਵਾਚਕ ਚਿੰਨ੍ਹ ਦੇ ਸਥਾਨ ਤੇ ਇਹਨਾਂ ਦੇ ਵਿੱਚੋਂ ਕਿਹੜੀ ਸੰਖਿਆ ਵਾ ਜਿਹੜੀ ਆਵੇਗੀ? ਦੇਖੋ 7, 14, 23 ਤੇ ਕੁਐਸਚਨ ਮਾਰਕ, ਫਿਰ 47। ਜੇ ਆਪਾਂ ਗੱਲ ਕਰੀਏ 7 ਦੀ ਤਾਂ 5 ਪਲੱਸ ਕਿੰਨਾ ਹੋਇਆ? 5 ਪਲੱਸ 2, ਜਾਂ ਆਪਾਂ ਲਿਖ ਲੈਂਦੇ ਆ 2 ਪਲੱਸ 5, ਤਾਂ ਜੋ ਤੁਹਾਨੂੰ ਕਲੀਅਰਲੀ ਸਮਝ ਆ ਜੇ। ਤਾਂ ਇਹ 7 ਬਣ ਗਿਆ। ਫਿਰ ਇਹੀ 7 ਲੈਣਾ, ਉਸ ਦੇ ਵਿੱਚ ਫਿਰ 7 ਐਡ ਕੀਤਾ, ਇਹ ਬਣ ਗਿਆ 14। ਫਿਰ ਤੁਸੀਂ ਲਓਗੇ 14, 14 ਦੇ ਵਿੱਚ ਤੁਸੀਂ ਐਡ ਕੀਤਾ 9, ਇਹ ਬਣ ਗਿਆ 23। ਫਿਰ ਤੁਸੀਂ ਦੇਖੋ ਹੁਣ ਅਸੀਂ ਇਸ ਤੋਂ ਅਗਲਾ ਨੰਬਰ ਲੱਭਣਾ। ਕੀ ਪ੍ਰੋਸੈਸ ਲੱਗ ਰਿਹਾ? ਧਿਆਨ ਨਾਲ ਦੇਖਣਾ। ਇਹਦੇ ਵਿੱਚ ਕੀ ਆ ਕਿ ਪਹਿਲਾਂ 5 ਐਡ ਹੋਇਆ, ਫਿਰ 7, ਫਿਰ 9, ਜਾਨੀ ਕਿ ਔਡ ਨੰਬਰ ਐਡ ਹੋ ਰਹੇ ਆ। ਤਾਂ 9 ਤੋਂ ਬਾਅਦ ਅਗਲਾ ਔਡ ਨੰਬਰ ਕਿਹੜਾ ਹੋਵੇਗਾ? 11।
ठीक है। यह दूसरा 7 ऐड हो रहा, 7 इधर 14 ऐड हो रहा, तो इधर 14, इधर 23 आया तो 23 ऐड करांगे, तो ये बनूगा जी तुहाडे कोले 3 ते 1 4, ठीक है 34। तो ऑप्शन नंबर इत्थे राइट आंसर की होगा ऑप्शन बी 34, ठीक है। सेम यही प्रोसैस ला के देख लें कि असीं सही किया 34, अगला नंबर किहड़ा होगा 13 ऑड नंबर, तो 47 बन रहा, बिल्कुल बन रहा वा, तो दैट मीनस असीं सही कर रहे हैं, ऑप्शन बी इत्थे राइट आंसर है। अगला प्रश्न, हेठ लिखी अंक लड़ी विच किन्ने 7 हैं जिन्हां दे बाद 3 नहीं हुंदा पर पहला 8 जरूर आ, जानी कि असीं वो अंक लैणे आ 7 जिन्हां दे पहला 8 आउंदा वा पर 3 ना आवे, की ना आवे 3 ना आवे, ठीक है। मतलब तुसी वो 87 देखो जिहदे बाद 3 ना आवे, इहदे विच नहीं आ रहा, 1 मिल गया, ठीक है। अगे 87 लभो, ये 7 जे देखिए ये अगे 8 नहीं आ रहा, 3 पिछे 3 आ रहा, मतलब ये कंडीशन फॉलो नहीं कर रहा, जो कंडीशन दिती है तो असीं देखनी हुई है, तो ये जरूर कर रहा वा 8 87, ये मगर 2 आ रहा, पर जो असीं इहनूं देखिए फॉलो नहीं कर रहा क्योंकि ये मगर 3 आ, ठीक है। फिर इस तो इसनूं देखिए अगले नूं, तो ये विच की आ, इस 7 दे विच पहला 8 नहीं आउंदा, पहला 8 भी तो आना चाहिए, तो ऑप्शन सी इत्थे राइट आंसर है कि 2 ही ने। अगला प्रश्न, उस जोड़े की चोण करो जिस विच शब्द के जोड़ अलग संबंध रखते हैं। हाँ जी, ये एनालॉजी दे विचों आ, जिवें देखो लुहार, लुहार हथौड़ा तरखान आरी सुनियार गहने लक्कड़ सैनी, यही गलत आ, यह अलग दिता होया, ऑप्शन डी इत्थे राइट आंसर है। किवें देखो एक साइड जो काम करने वाले इंसान आ वो ਜਿਹੜੇ हथियार वरतते आ उन्हां दे दस्सिया होया, पर लक्कड़ वाला तो सैनी नहीं वरतदा ना, तो ऑप्शन डी इत्थे राइट आंसर है। अगला प्रश्न है जी, हाँ जी, जेकर पैन नूं 32 ਅਤੇ पेपर नूं 51 लिखिया जाए तो उसे भाषा दे विच डेस्क नूं की लिखिया जाएगा। सब तो पहला आपां पैन देखांगे कि 32 किवें बनिया। पैन पी किन्नवें नंबर ते आउंदा 16 ते ABC च, ई किन्ने ते आउंदा 5 ते, एन किन्ने ते आउंदा 14 ते। मोस्टली इदां ही हुंदा कि असीं जदों ऐड करदे हां तां मोस्टली बन जांदा। तां देखदे हां आपां किन्ना ऐड करदे हां, तां इह जदों असीं ऐड करांगे इह बनूगा 35। 35 ਦੇ ਵਿੱਚੋਂ ਅਸੀਂ ਜਿੰਨੇ ਸਾਨੂੰ ਲੈਟਰ ਦਿੱਤੇ ਹੁੰਦੇ ਆ ਉਨੇ ਹੀ ਅਸੀਂ ਮਾਈਨਸ ਕਰਨੇ ਆ, ਠੀਕ ਹੈ। ਤਾਂ ਦੇਖੋ ਤੁਸੀਂ ਜਿੰਨੇ ਲੈਟਰ ਦਿੱਤੇ ਮਤਲਬ ਜੋ ਪ੍ਰੋਸੈਸ ਲੱਗ ਰਿਹਾ ਨਾ ਉਹੀ ਅਸੀਂ ਸੈਕਿੰਡ ਤੇ ਲਾਉਣਾ, ਉਹੀ ਅਸੀਂ ਜੋ ਪੁੱਛਿਆ ਉਹਦੇ ਤੇ ਲਗਾ ਦੇਣਾ ਵਾ। ਤਾਂ ਹੁਣ 3 ਲੈਟਰ ਦਿੱਤੇ ਆ, ਮੈਂ 3 ਮਾਈਨਸ ਕੀਤਾ ਤਾਂ ਇਹ ਬਣ ਗਿਆ 32। ਅੱਗੇ ਦੇਖੋ पेपर, पेपर ਦੇ ਵਿੱਚ P ਕਿੰਨੇ ਤੇ ਆਉਂਦੀ ਆ 16 ਤੇ, A 1 ਤੇ, P 16 ਤੇ, E 5 ਤੇ R 18 ਤੇ। ਜਦੋਂ ਇਹਨਾਂ ਨੂੰ ਮੈਂ ਪਲੱਸ ਕਰੂੰਗੀ ਇਹ ਬਣੂਗਾ 56, ਇਹ ਲੈਟਰ ਆ 5 ਤਾਂ 5 ਮਾਈਨਸ ਕੀਤਾ ਇਹ ਬਣ ਗਿਆ 51, ਠੀਕ ਹੈ। ਉਸ ਤੋਂ ਬਾਅਦ ਤੁਸੀਂ ਦੇਖੋ ਅਸੀਂ ਡੈਸਕ ਦਾ ਦੱਸਣਾ ਤਾਂ ਡੈਸਕ ਤੇ ਵੀ ਮੈਂ ਇਹੀ ਪ੍ਰੋਸੈਸ ਲਾ ਦੂੰਗੀ। D ਆ 4 ਤੇ, E 5 ਤੇ, 19 ਤੇ S ਆ, K ਤੇ 11 ਵਾ, ठीक है। इन्हों जो प्लस किया ये बन गया 39, 39 माइनस 3 किया, 3 नहीं ये लैटर 4 तो 4 माइनस करूँगी तो ये बन गया मेरे को 35। तो ऑप्शन डी इत्थे राइट आंसर है 35। अगला प्रश्न है जी, आलोक पूर्व दिशा वाल मूँह करके 15 मीटर चलता है। देखो तुहाडे सामने आ गया सारा क्वेश्चन, आप इत्थे कर लेने इहनूं हल, ठीक है, क्योंकि अपने को स्पेस भी काफ़ी आ। आलोक पूर्व दिशा दे वल देखो डायरैक्शनस यही होंदियां ना, ਜਿਹਦੇ ਵਿੱਚ ਸਾਡੇ ਕੋਲ ਇੱਧਰ ਹੁੰਦਾ ਪੂਰਬ, ਇੱਥੇ ਪੱਛਮ, ਠੀਕ ਹੈ, ਉੱਤਰ ਤੇ ਇੱਥੇ ਹੁੰਦਾ ਦੱਖਣ। ਹੁਣ ਆਲੋਕ ਕਿੱਧਰ ਮੂੰਹ ਕਰਦਾ ਪੂਰਬ ਵੱਲ, ਇੱਥੋਂ ਮੂੰਹ ਕੀਤਾ ਨਾ ਪੂਰਬ ਵੱਲ। ਚਲੋ ਦੇਖਦੇ ਹਾਂ ਫਿਰ ਅੱਗੇ। ਆਲੋਕ ਪੂਰਬ ਦਿਸ਼ਾ ਵੱਲ ਮੂੰਹ ਕਰਕੇ 15 ਮੀਟਰ ਚੱਲਦਾ ਹੈ, ਠੀਕ ਹੈ, 15 ਮੀਟਰ ਚੱਲ ਪਿਆ ਇੱਥੋਂ ਮੂੰਹ ਕਰਕੇ ਉਹ। ਉਸ ਤੋਂ ਬਾਅਦ ਉਹ ਆਪਣੇ ਖੱਬੇ ਪਾਸੇ ਮੁੜਦਾ, ਪੂਰਬ ਦਾ ਹੁਣ ਖੱਬਾ ਕਿਹੜਾ ਹੋਇਆ ਉੱਪਰ ਨੂੰ, ਖੱਬੇ ਪਾਸੇ ਮੁੜ ਕੇ ਉਹ 13 ਮੀਟਰ ਚੱਲਦਾ ਹੈ ਤਾਂ ਇੱਥੇ ਉਹ 13 ਮੀਟਰ ਚੱਲਿਆ। इस दे बाद अपने सज्जे पासे मुड़ जाता है, हुण वो सज्जे मुड़ गया तो उत्तर तो सज्जा इधर नूं हो गया साडे हत्थ दे अकॉर्डिंग ही, तो ये कित्थे कितना चलदा 10 मीटर चलदा। हुण उहने कहा कि दसो इस समय वो अपनी पूर्व स्थिति तो मतलब जिथों उहने शुरुआत कीती सी किस दिशा दे विच आ, मतलब की आ कि उहने शुरुआत कीती सी इत्थों तो इस स्थिति तो किहड़ी दिशा दे विच आ इधर ही है ना, तो ये दिशा किहड़ी बनदी आ तुसीं देखो अपने आप, ये दिशा किहड़ी बन रही है। हाँ जी, ये दिशा बन रही है मेरे को, ਤਾਂ ਆਪਾਂ ਸਬ ਡਾਇਰੈਕਸ਼ਨ ਦੀ ਜੇਕਰ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਸਬ ਡਾਇਰੈਕਸ਼ਨ ਦੇ ਵਿੱਚ ਇਹ ਬਣ ਰਹੇ ਆ ਉੱਤਰ ਪੂਰਬ, ਠੀਕ ਹੈ, ਉੱਤਰ ਪੂਰਬ
ਤਾਂ ਕਿਹੜੀ ਦਿਸ਼ਾ ਬਣ ਗਈ ਇਹ ਉੱਤਰ ਪੂਰਬ, ਕਿਉਂਕਿ ਉਹਨੇ ਇਹ ਪੁੱਛਿਆ ਵਾ ਕਿ ਉਹ ਆਪਣੇ ਪੂਰਵ ਸਥਿਤੀ ਤੋਂ ਕਿਸ ਦਿਸ਼ਾ ਦੇ ਵੱਲ ਆ, ਤਾਂ ਕਿੱਧਰ ਆ, ਉੱਤਰ ਪੂਰਬ ਵੱਲ ਆ। ਆਪਸ਼ਨ ਚੈੱਕ ਕਰਦੇ ਆ, ਆਪਸ਼ਨ ਕਿਹੜੀ ਆ, ਆਪਸ਼ਨ ਏ ਆ ਉੱਤਰ ਪੂਰਬ। ਦੇਖੋ ਇਸ ਤਰ੍ਹਾਂ ਹੀ ਬਣਿਆ ਸੀ ਨਾ ਸਟਰਕਚਰ, ਇਸ ਤਰ੍ਹਾਂ। ਤਾਂ ਹੁਣ ਇੱਥੋਂ ਹੀ ਸਟਾਰਟ ਹੋਇਆ ਸੀ ਨਾ, ਪੂਰਵ ਸਥਿਤੀ ਉਹਦੀ ਇਹ ਸੀਗੀ। ਪੂਰਵ ਸਥਿਤੀ ਤੋਂ ਕਿੱਧਰ ਦਿਸ਼ਾ 'ਚ ਆ, ਜਦੋਂ ਅਸੀਂ ਇੱਥੋਂ ਦੇਖਦੇ ਹਾਂ ਤਾਂ ਇਹ ਉੱਤਰ ਪੂਰਬ ਡਾਇਰੈਕਸ਼ਨ ਹੀ ਹੈ ਨਾ, ਸਬ ਡਾਇਰੈਕਸ਼ਨ। ਤਾਂ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ, ਏ। ਅਗਲਾ ਪ੍ਰਸ਼ਨ ਆ ਜੀ, ਸੁਮਿਤ ਨੇ ਰੋਹਿਤ ਦੀ ਜਾਣ ਪਛਾਣ ਕਰਾਉਂਦੇ ਹੋਏ ਕਿਹਾ ਕਿ ਇਹ ਮੇਰੇ ਪਿਤਾ ਦੀ ਪਤਨੀ ਦੇ ਇਕਲੌਤੇ ਪੁੱਤਰ ਦਾ ਪੁੱਤਰ ਹੈ। ਤਾਂ ਆਪਾਂ ਗੱਲ ਕਰ ਲੈਂਦੇ ਆ, ਇਹਨਾਂ ਦੇ ਵੀ ਸਟਰਕਚਰ ਬਣਾ ਲੈਂਦੇ ਆ। ਸੁਮਿਤ ਨੇ ਜਾਣ ਪਛਾਣ ਕਰਵਾਈ ਆ, ਸੁਮਿਤ ਨੇ ਜਾਣ ਪਛਾਣ ਕਰਾਉਂਦੇ ਹੋਏ ਕਿਹਾ ਕਿ ਇਹ ਮੇਰੇ ਪਿਤਾ ਜਾਣੀ ਕਿ ਸੁਮਿਤ ਦਾ ਫਾਦਰ ਦੀ ਪਤਨੀ, ਜਾਣੀ ਸੁਮਿਤ ਦੇ ਫਾਦਰ ਦੀ ਪਤਨੀ ਕੀ ਹੋ ਗਈ, ਸੁਮਿਤ ਦੀ ਮਦਰ। ਤਾਂ ਆਪਾਂ ਇੱਥੇ ਮਦਰ ਲਿਖਤਾ ਕਿ ਇਹ ਮੇਰੇ ਪਿਤਾ ਦੀ ਪਤਨੀ ਦਾ ਭਰਾ, ਸੁਮਿਤ ਦਾ ਕੀ ਹੋ ਗਿਆ, ਮਾਮਾ। ਠੀਕ ਹੈ, ਸੁਮਿਤ ਦਾ ਕੀ ਹੋਇਆ, ਮਾਮਾ। ਠੀਕ ਹੈ, ਭਰਾ ਦਾ ਇਕਲੌਤਾ ਪੁੱਤਰ ਆ। ਹੁਣ ਉਹਦੇ ਮਾਮੇ ਦਾ ਕੀ ਆ, ਮੁੰਡਾ। ਉਹਦੇ ਮਾਮੇ ਦਾ ਮੁੰਡਾ ਕੌਣ ਆ, ਰੋਹਿਤ ਬਾਰੇ ਦੱਸ ਰਿਹਾ ਨਾ ਉਹ। ਸੁਮਿਤ ਨੇ ਇਸ ਲੜਕੇ ਦੀ ਜਾਣ ਪਛਾਣ ਕਰਾਉਂਦੇ ਹੋਏ ਕਿਹਾ ਕਿ ਇਹ ਮੇਰੇ ਪਿਤਾ ਦੀ ਪਤਨੀ ਦੇ ਭਰਾ ਦਾ ਪੁੱਤਰ ਹੈ। ਤਾਂ ਕੀ ਲੱਗਿਆ ਇਹ ਸੁਮਿਤ ਦਾ ਕਜ਼ਨ। ਤਾਂ ਆਪਾਂ ਕੀ ਬੋਲਾਂਗੇ ਕਿ ਮਮੇਰਾ ਭਰਾ, ਮੂੰਹ ਬੋਲਿਆ ਭਰਾ। ਆਪਸ਼ਨ ਮੂੰਹ ਬੋਲਿਆ ਨਹੀਂ, ਮਮੇਰਾ ਭਰਾ ਜਾਣੀ ਕਿ ਜੋ ਸਾਡੇ ਬਰਾਬਰ ਦੇ ਰਿਸ਼ਤੇ, ਚਾਚੇ ਤਾਏ ਮਾਸੀ ਮਾਸੜ ਦੇ ਮੁੰਡੇ ਆ ਗਏ। ਠੀਕ ਹੈ, ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਅਜਿਹੀ ਆਕਿਰਤੀ ਚੁਣੋ ਜੋ ਇਸ ਲੜੀ ਨੂੰ ਪੂਰਾ ਕਰੇ। ਤਾਂ ਇਹ ਆਕਿਰਤੀ ਦੇਖ ਲੈਂਦੇ ਆ ਕਿਹੜੀ ਲੜੀ ਨੂੰ ਪੂਰਾ ਕਰ ਰਹੀ ਆ। ਸਭ ਤੋਂ ਪਹਿਲਾਂ ਤੁਸੀਂ ਦੇਖੋ ਇੱਕ ਫੱਟੀ ਆ ਜਾਂ ਇੱਕ ਬਾਕਸ ਆ, ਉਹਦੇ ਵਿੱਚ ਇੱਕ ਡਾਟ ਜਿਹੜਾ ਫਿਲ ਆ, ਇੱਕ ਸਰਕਲ ਬਾਹਰ ਆ ਜਿਹੜਾ ਅਨਫਿਲ ਆ। ਠੀਕ ਹੈ, ਤਾਂ ਅਨਫਿਲ ਇੱਥੇ ਟੱਚ ਨਹੀਂ ਹੋ ਰਿਹਾ, ਇਹ ਮੇਰੇ ਤੋਂ ਹੀ ਇਸ ਤਰ੍ਹਾਂ ਬਣਿਆ ਕਿ ਇੱਥੇ ਟੱਚ ਹੋ ਗਿਆ ਏ। ਤਾਂ ਹੁਣ ਦੇਖੋ ਇਸ ਫੱਟੀ ਨੂੰ ਜਦੋਂ ਮੈਂ ਇਸ ਸਾਈਡ ਰੋਟੇਟ ਕਰਦੀ ਹਾਂ ਐਂਟੀ ਕਲੌਕਵਾਈਜ਼ ਰੋਟੇਟ ਕਰ ਰਹੀ ਹਾਂ ਤਾਂ ਇਸ ਸਾਈਡ ਆ ਗਈ, ਫਿਰ ਐਂਟੀ ਕਲੌਕਵਾਈਜ਼ ਰੋਟੇਟ ਕੀਤਾ ਇਸ ਸਾਈਡ ਆ ਗਈ, ਫਿਰ ਐਂਟੀ ਕਲੌਕਵਾਈਜ਼ ਰੋਟੇਟ ਕਰੂੰਗੀ ਤਾਂ ਇਹ ਕਿਹੜੀ ਸਾਈਡ ਜਾਊਗੀ, ਇਸ ਨੇ ਇਸ ਸਾਈਡ ਆ ਜਾਣਾ। ਡਾਟ ਵਿੱਚ ਫਿਲ ਆ, ਬਾਹਰ ਐਮਟੀ ਆ, ਤਾਂ ਕਿਹੜੀ ਸਾਈਡ ਆ, ਆਪਸ਼ਨ ਏ ਆ ਇੱਥੇ। ਠੀਕ ਹੈ ਜੀ, ਅਗਲਾ ਪ੍ਰਸ਼ਨ। ਹਾਂਜੀ, ਅੱਗੇ ਤੁਹਾਨੂੰ ਸਟੇਟਮੈਂਟ ਐਂਡ ਕਨਕਲੂਜਨ ਆ ਗਿਆ, ਜਿਸ ਦੇ ਵਿੱਚ ਕੀ ਆ ਕਿ ਤੁਹਾਨੂੰ ਕਥਨ ਦਿੱਤੇ ਹੋਣਗੇ, ਤੁਸੀਂ ਨਤੀਜਾ ਦੇਖਣਾ ਉਹਨਾਂ ਦਾ ਕੀ ਨਿਕਲਦਾ। ਹਾਂਜੀ, ਸਾਰੇ ਟਰੱਕ ਉੱਡਦੇ ਹਨ, ਜਿਹਦੇ ਨਾਲ ਸਾਰੇ ਲੱਗਿਆ ਹੁੰਦਾ ਅਸੀਂ ਉਹ ਸਮਾਲ ਸਰਕਲ ਬਣਾਉਂਦੇ ਆ, ਜਾਨੀ ਕਿ ਟਰੱਕ ਆ ਜਿਹੜੇ ਫਲਾਈ ਕਰ ਰਹੇ ਨੇ। ਫਿਰ ਉਹਨੇ ਬੋਲਿਆ ਕੁਝ ਸਕੂਟਰ ਉੱਡਦੇ ਹਨ, ਕੁਝ ਸਕੂਟਰ ਮਤਲਬ ਕੀ ਆ, ਇਹਨਾਂ ਦੇ ਵਿੱਚੋਂ ਕੁਝ ਕੁ ਉੱਡਦੇ ਆ, ਕੌਣ, ਸਕੂਟਰ। ਠੀਕ ਹੈ, ਇਹਨਾਂ ਦੇ ਵਿੱਚੋਂ ਕੁਝ ਸਕੂਟਰ ਉੱਡਦੇ ਹਨ। ਹੁਣ ਅਸੀਂ ਨਤੀਜੇ ਦੇਖਦੇ ਹਾਂ ਕਿਹੜਾ ਨਿਕਲਦਾ। ਨਤੀਜੇ 'ਚ ਕਿਹਾ ਉਹਨੇ ਕਿ ਸਾਰੇ ਟਰੱਕ ਸਕੂਟਰ ਹਨ। ਕੀ ਇੱਥੋਂ ਦਿਖ ਰਿਹਾ ਤੁਹਾਨੂੰ, ਸਾਰੇ ਟਰੱਕ ਸਕੂਟਰ ਹੈਗੇ ਆ। ਸਕੂਟਰ ਤੇ ਟਰੱਕਾਂ ਦਾ ਤਾਂ ਆਪਸ 'ਚ ਕੋਈ ਰਿਲੇਸ਼ਨ ਦੀ ਗੱਲ ਵੀ ਨਹੀਂ ਹੋਈ, ਸਟਰਕਚਰ ਤਾਂ ਕੀ ਬੋਲੂਗਾ। ਠੀਕ ਹੈ, ਤਾਂ ਆਪਸ਼ਨ ਅਸੀਂ ਇੱਥੇ ਗਲਤ ਕਰਤੇ ਕਿ ਸਾਰੇ ਸਕੂਟਰ ਆ ਜਿਹੜੇ ਟਰੱਕ ਨਹੀਂ ਹੋ ਸਕਦੇ। ਠੀਕ ਹੈ, ਕੁਝ ਜੇ ਕਹਿ ਦਿੰਦਾ ਤਾਂ ਆਪਾਂ ਮੰਨ ਵੀ ਲੈਂਦੇ ਕਿਸੇ ਹਿਸਾਬ ਨਾਲ, ਪਰ ਜਿੱਥੇ ਆਪਾਂ ਮੰਨਦੇ ਹਾਂ ਸੁਭਾਵਨਾ ਪੈਦਾ ਹੋ ਜਾਂਦੀ ਹੈ, ਉਹਨੂੰ ਵੀ ਅਸੀਂ ਹਮੇਸ਼ਾ ਗਲਤ ਹੀ ਲਗਾਵਾਂਗੇ। ਜੇ ਸੁਭਾਵਨਾ ਲਿਖੀ ਹੋਊਗੀ ਫਿਰ ਸਹੀ ਜ਼ਰੂਰ ਕਰ ਸਕਦੇ ਹਾਂ। ਸਾਰੇ ਟਰੱਕ ਸਕੂਟਰ ਹਨ, ਇਹ ਅਸੀਂ ਗਲਤ ਕਰਤਾ ਕਿ ਨਤੀਜਾ ਫੋਲੋ ਨਹੀਂ ਕਰਦਾ। ਅੱਗੇ ਸਾਰੇ ਸਕੂਟਰ ਉੱਡਦੇ ਹਨ, ਕੀ ਇਹ ਸਾਰੇ ਸਕੂਟਰ ਉੱਡਦੇ ਆ, ਉਹਨੇ ਆਪ ਹੀ ਤਾਂ ਕਿਹਾ ਕਿ ਕੁਝ ਉੱਡਦੇ ਆ, ਫਿਰ ਸਾਰੇ ਕਿੱਥੋਂ ਉੱਡ ਗਏ, ਤਾਂ ਦੂਜਾ ਵੀ ਗਲਤ ਹੋ ਗਿਆ। ਤਾਂ ਮਤਲਬ ਆਪਸ਼ਨ ਕਿਹੜੀ ਹੈ, ਨਾ ਤਾਂ ਪਹਿਲਾ ਫੋਲੋ ਕੀਤਾ, ਨਾ ਦੂਜਾ, ਨਾ ਦੋਵੇਂ। ਤਾਂ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ ਕਿ ਇਹਨਾਂ ਵਿੱਚੋਂ ਕੋਈ ਨਹੀਂ, ਕੋਈ ਫੋਲੋ ਹੀ ਨਹੀਂ ਕਰ ਰਿਹਾ। ਅਗਲਾ ਪ੍ਰਸ਼ਨ ਆ ਜੀ, ਰੁੱਖਾਂ ਦੀ ਇੱਕ ਕਤਾਰ ਵਿੱਚ ਇੱਕ ਰੁੱਖ ਕਤਾਰ ਦੇ ਦੋਵੇਂ ਸਿਰਿਆਂ ਤੋਂ 5ਵੇਂ ਸਥਾਨ ਤੇ ਹੈ। ਕਤਾਰ ਵਿੱਚ ਕੁੱਲ ਕਿੰਨੇ ਰੁੱਖ ਹਨ। ਹਾਂਜੀ, ਰੁੱਖਾਂ ਦੀ ਇੱਕ ਕਤਾਰ ਆ, ਜਾਣੀ ਕਿ ਇੱਕ ਲਾਈਨ ਆ। ਠੀਕ ਹੈ, ਉਹਦੇ ਤੇ ਕਿੰਨੇ ਰੁੱਖ ਖੜੇ ਆ, ਉਹਦੇ ਤੇ ਉਹਨਾਂ ਨੇ ਕੰਡੀਸ਼ਨ ਦਿੱਤੀ ਆ ਕਿ ਜਿਹੜੇ ਰੁੱਖ ਆ ਉਹਨਾਂ ਦੇ ਵਿੱਚੋਂ ਇੱਕ ਰੁੱਖ ਇਸ ਤਰ੍ਹਾਂ ਦਾ ਜਿਹੜਾ ਦੋਨੇ ਪਾਸਿਓਂ 5ਵੇਂ ਨੰਬਰ ਤੇ ਆਉਂਦਾ ਵਾ। ਠੀਕ ਹੈ, ਦੋਨੇ ਪਾਸਿਓਂ 5ਵੇਂ ਨੰਬਰ ਤੇ ਆ, ਮਤਲਬ ਇਹਦੇ ਤੋਂ ਪਹਿਲਾਂ ਕਿੰਨੇ ਆ, 4, 1 2 3 4। ਠੀਕ ਹੈ, 1 2 3 4, ਤਾਂ 5ਵੇਂ ਸਥਾਨ ਤੇ ਆ ਗਿਆ। ਤੇ ਇਹਦੇ ਤੋਂ ਬਾਅਦ ਵੀ ਕਿੰਨੇ ਹੋਣਗੇ, 4। ਠੀਕ ਹੈ, ਦੇਖੋ ਇਹ ਤੋਂ ਬਾਅਦ ਵੀ ਕਿੰਨੇ ਆ, 4 ਆ। ਤਾਂ ਟੋਟਲ ਕਿੰਨੇ ਰੁੱਖ ਆ ਇਹ ਕਾਊਂਟ ਕਰ ਲਓ, ਕਾਊਂਟ ਕਰੋ ਟੋਟਲ ਕਿੰਨੇ ਰੁੱਖ ਆ, 1 2 3 4 5 6 7 8 9। ਕਿ 9 ਰੁੱਖਾਂ ਤੇ ਉਹ ਰੁੱਖ ਇਦਾਂ ਦਾ ਵਾ ਜਿਹੜਾ ਕਿ ਦੋਨੇ ਸਾਈਡਾਂ ਤੋਂ ਖੱਬਿਓਂ ਦੇਖੀਏ ਚਾਹੇ ਸੱਜੇ ਦੇਖਿਓ 5ਵੇਂ ਨੰਬਰ ਤੇ ਆ ਰਿਹਾ ਏ। ਤਾਂ ਕੁੱਲ ਟੋਟਲ ਕਿੰਨੇ ਰੁੱਖ ਆ ਉਸ ਕਤਾਰ ਦੇ ਵਿੱਚ, 9। ਤਾਂ ਕਿਹੜੀ ਰਾਈਟ ਆਪਸ਼ਨ ਆ ਇਹ, ਆਪਸ਼ਨ ਬੀ।
ਅਗਲਾ ਪ੍ਰਸ਼ਨ ਆ ਜੀ, ਜੇਕਰ ਕਾਰ ਨੂੰ y ਲਿਖਿਆ ਜਾਵੇ, ਇਹਦੇ ਨਾਲ ਤਾਂ ਮੈਂ ਤੁਹਾਨੂੰ ਆਲਰੇਡੀ ਕਰਵਾ ਚੁੱਕੀ ਹਾਂ ਪੈਨ ਵਾਲਾ। ਜੇਕਰ ਕਾਰ ਨੂੰ y ਲਿਖਿਆ ਜਾਵੇ ਤਾਂ ਉਸ ਭਾਸ਼ਾ ਦੇ ਵਿੱਚ ਸਕੂਟਰ ਨੂੰ ਕੀ ਲਿਖਿਆ ਜਾਵੇਗਾ? ਹਾਂਜੀ, ਜੇ ਅਸੀਂ ਕਾਰ ਨੂੰ y ਲਿਖਦੇ ਹਾਂ, ਕਾਰ ਦੇਖੋ ਤੁਸੀਂ, C ਆਉਂਦਾ 3 ਤੇ, A ਆਉਂਦਾ 1 ਤੇ, R ਆਉਂਦਾ 18 ਤੇ। ਜਦੋਂ ਵੀ ਇਹਨਾਂ ਨੂੰ ਜੋੜਦੀ ਹਾਂ 18 1 19 ਤੇ 3 22 ਤਾਂ 22 ਬਣ ਗਿਆ। ਸਕੂਟਰ ਨੂੰ ਕੀ ਲਿਖਿਆ ਜਾਵੇਗਾ? ਸਕੂਟਰ ਨੂੰ ਕੀ ਲਿਖਿਆ ਜਾਵੇਗਾ? S ਦੇਖੋ ਆਉਂਦਾ ਕਿੰਨੇ ਤੇ ਆ? 19 ਤੇ ਆਉਂਦਾ, ਠੀਕ ਹੈ। S 19 ਤੇ ਆ, ਫਿਰ C 3 ਤੇ ਆ, O 15 ਤੇ ਆ, ਫਿਰ O ਆ ਤਾਂ ਉਹ ਵੀ 15 ਜੋੜ ਲਓ, ਫਿਰ T ਆ, T ਆਉਂਦਾ ਵਾ ਆਪਣੇ ਕੋਲੇ 20 ਤੇ, ਠੀਕ ਹੈ। T 20 ਤੇ ਹੀ ਆਉਂਦਾ ਨਾ। ਉਸ ਤੋਂ ਬਾਅਦ E 5 ਤੇ S ਕਿੰਨੇ ਤੇ ਆਉਂਦਾ ਵਾ? ਸੌਰੀ R ਆਉਂਦਾ 18 ਤੇ। ਜਦੋਂ ਅਸੀਂ ਇਹਨਾਂ ਨੂੰ ਕਾਊਂਟ ਕਰਾਂਗੇ 8 5 13, 13 5 18, 18 ਤੇ 5 23, 23 ਤੇ 3, ਹਾਂਜੀ 23 ਤੇ 3 ਹੁੰਦੇ ਆ 26, 26 ਤੇ 9, 26 ਤੇ 9 ਤੁਹਾਡੇ ਕੋਲ ਬਣਨਗੇ 35, ਠੀਕ ਹੈ। 3 ਗਏ ਹਾਸਲ, 3 ਦੇ ਵਿੱਚ ਤੁਸੀਂ ਕਾਊਂਟ ਕਰੋਗੇ 3 4 5 6 7 8 9 ਤਾਂ ਇਹ ਬਣ ਗਏ ਤੁਹਾਡੇ ਕੋਲ 9 95। ਤਾਂ ਆਪਸ਼ਨ ਇੱਥੇ ਡੀ ਰਾਈਟ ਆਨਸਰ ਹੈ, ਠੀਕ ਹੈ। ਅਗਲਾ ਪ੍ਰਸ਼ਨ ਹੈ ਜੀ, ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਕਿਹੜਾ ਹੈ? ਹਾਂਜੀ, ਇੱਥੇ ਰਾਜ ਆਉਣਾ। ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਕਿਹੜਾ ਹੈ? ਖੇਤਰਫਲ ਦੇ ਪੱਖੋਂ ਹਾਂਜੀ ਸਭ ਤੋਂ ਛੋਟਾ ਰਾਜ ਗੋਆ, ਵੱਡਾ ਰਾਜਸਥਾਨ, ਠੀਕ ਹੈ। ਆਪਸ਼ਨ ਇੱਥੇ ਬੀ ਰਾਈਟ ਆਨਸਰ ਹੈ। ਅੱਗੇ ਆ, ਵਿਟਾਮਿਨ ਡੀ ਦੀ ਘਾਟ ਨਾਲ ਕਿਹੜਾ ਰੋਗ ਹੁੰਦਾ ਹੈ? ਹਾਂਜੀ, ਤੁਸੀਂ ਯਾਦ ਰੱਖਣਾ A ਫॉर ਅੰਧਰਾਤਾ, ਵਿਟਾਮਿਨ A ਦੀ ਘਾਟ ਨਾਲ ਅੰਧਰਾਤਾ ਹੁੰਦਾ। B ਫॉर ਵੇਰੀ ਵੇਰੀ, ਵਿਟਾਮਿਨ B ਦੀ ਘਾਟ ਨਾਲ ਬੇਰੀ ਬੇਰੀ ਦਾ ਰੋਗ ਹੁੰਦਾ। C ਫॉर ਸਕਰਵੀ, ਵਿਟਾਮਿਨ C ਦੀ ਘਾਟ ਨਾਲ ਸਕਰਵੀ ਦਾ ਰੋਗ ਹੁੰਦਾ, ਠੀਕ ਹੈ। ਵਿਟਾਮਿਨ D ਦੀ ਘਾਟ ਨਾਲ ਰਿਕਟਸ ਦਾ ਰੋਗ ਹੁੰਦਾ, ਜਿਹਦੇ ਵਿੱਚ ਹੱਡੀਆਂ ਤੇ ਦੰਦ ਮਜ਼ਬੂਤ ਹੋ ਜਾਂਦੇ ਆ। ਸਕਰਵੀ ਦਾ ਰੋਗ ਆ ਜਿਹੜਾ, ਇਹ ਮਸੂੜਿਆਂ ਦਾ ਰੋਗ ਹੁੰਦਾ। ਤਾਂ ਆਪਸ਼ਨ ਡੀ ਇੱਥੇ C ਰਾਈਟ ਆਨਸਰ ਹੈ, ਰਿਕਟਸ। ਵਿਟਾਮਿਨ D ਦੀ ਘਾਟ ਨਾਲ ਰਿਕਟਸ ਰੋਗ ਹੁੰਦਾ ਵਾ, ਠੀਕ ਹੈ। ਵਿਟਾਮਿਨ C ਸਭ ਤੋਂ ਵੱਧ ਆਮਲੇ 'ਚ ਹੁੰਦਾ। ਵਿਟਾਮਿਨ D ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਸਭ ਤੋਂ ਵੱਧ ਦੁੱਧ ਅਤੇ ਆਂਡੇ ਦੇ ਵਿੱਚ ਹੁੰਦਾ, ਠੀਕ ਹੈ। ਵਿਟਾਮਿਨ ਡੀ ਵੈਸੇ ਤਾਂ ਸਭ ਤੋਂ ਵੱਧ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਵਾ, ਠੀਕ ਹੈ, ਪਰ ਵਿਟਾਮਿਨ ਡੀ ਆਂਡੇ ਤੋਂ ਵੀ ਸਾਨੂੰ ਮਿਲਦਾ, ਆਂਡੇ ਤੇ ਦੁੱਧ ਤੋਂ, ਠੀਕ ਹੈ ਜੀ। ਅੱਗੇ ਦੇਖੋ, ਇਹਨਾਂ ਵਿੱਚੋਂ ਕਿਸ ਰਾਜ ਦੀ ਸੀਮਾ ਪਾਕਿਸਤਾਨ ਦੀ ਸੀਮਾ ਨਾਲ ਨਹੀਂ ਲੱਗਦੀ? ਹਾਂਜੀ, ਨਹੀਂ ਦੀ ਗੱਲ ਹੋਈ ਆ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਪੰਜਾਬ ਇੱਕੋ ਇੱਕ ਇਸ ਤਰ੍ਹਾਂ ਦਾ ਰਾਜ ਆ ਜਿਸ ਦੀ ਹੱਦ ਇੱਕ ਦੇਸ਼ ਦੇ ਨਾਲ ਲੱਗਦੀ ਆ, ਪਾਕਿਸਤਾਨ ਨਾਲ। ਪਰ ਉਹਨੇ ਕੀ ਪੁੱਛਿਆ ਵਾ ਕਿ ਨਹੀਂ ਲੱਗਦੀ। ਪੰਜਾਬ ਦਾ ਤਾਂ ਮੈਂ ਤੁਹਾਨੂੰ ਡੇਲੀ ਕਰੰਟ ਅਫੇਅਰ 'ਚ ਦੱਸਦੀ ਆ ਕਿ ਇੱਕ ਹੀ ਦੇਸ਼ ਦੇ ਨਾਲ ਲੱਗਦੀ ਆ। ਕਿਹਦੇ ਨਾਲ ਲੱਗਦੀ ਆ? ਪਾਕਿਸਤਾਨ ਦੇ ਨਾਲ, 3 ਰਾਜਾਂ ਨਾਲ, 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ। ਪਰ ਪਾਕਿਸਤਾਨ ਦੀ ਹੱਦ ਹਰਿਆਣਾ ਦੇ ਨਾਲ ਨਹੀਂ ਲੱਗਦੀ। ਪਾਕਿਸਤਾਨ ਨੂੰ ਗੁਜਰਾਤ, ਰਾਜਸਥਾਨ ਤੇ ਪੰਜਾਬ ਤਿੰਨਾਂ ਦੀ ਹੀ ਹੱਦ ਲੱਗਦੀ ਆ। ਭਾਰਤ ਅਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਕੀ ਬੋਲਦੇ ਆ? ਰੈੱਡ ਕਲਿਫ ਲਾਈਨ। ਅਗਲਾ ਪ੍ਰਸ਼ਨ, 2 ਸਥਿਤੀਆਂ ਦੇ ਦਰਮਿਆਨ ਡਾਟਾ ਬਦਲਣ ਵਾਲੇ ਮਾਧਿਅਮ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, 2 ਸਥਿਤੀਆਂ ਦੇ ਦਰਮਿਆਨ ਜਦੋਂ ਅਸੀਂ ਡਾਟਾ ਬਦਲ ਸਕਦੇ ਹਾਂ, ਜਾਨੀ ਕਿ ਇੱਕ ਫੋਨ ਤੋਂ ਦੂਜੇ ਫੋਨ ਦੇ ਵਿੱਚ ਟ੍ਰਾਂਸਫਰ ਵੀ ਕਰ ਸਕਦੇ ਹਾਂ, ਚੇਂਜ ਵੀ ਕਰ ਸਕਦੇ ਹਾਂ, ਸਾਨੂੰ ਕਿਸ ਚੀਜ਼ ਦੀ ਲੋੜ ਪੈਂਦੀ ਆ? ਨੈਟਵਰਕ ਦੀ। ਤਾਂ ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ, ਠੀਕ ਹੈ ਜੀ। ਅਗਲਾ ਪ੍ਰਸ਼ਨ, ਉਸ ਡਿਵਾਈਸ ਦਾ ਨਾਮ ਦੱਸੋ ਜਿਹੜਾ ਟੈਲੀਫੋਨਾਂ ਰਾਹੀਂ 2 ਕੰਪਿਊਟਰਾਂ ਨੂੰ ਜੋੜਦਾ ਹੈ? ਹਾਂਜੀ, ਟੈਲੀਫੋਨ ਰਾਹੀਂ 2 ਕੰਪਿਊਟਰਾਂ ਨੂੰ ਕੌਣ ਜੋੜਦਾ ਹੈ? ਤਾਂ ਟੈਲੀਫੋਨ ਰਾਹੀਂ 2 ਕੰਪਿਊਟਰਾਂ ਨੂੰ ਜੋੜਨ ਦਾ ਕੰਮ ਕਰਦਾ ਹੈ ਜੀ ਮੋਡਮ। ਤਾਂ ਇੱਥੇ ਗਲਤ ਲਿਖਿਆ ਹੋਇਆ ਮੋਡਮ ਆ, ਵੈਸੇ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੋਊਗਾ। ਬਾਈ ਮਿਸਟੇਕ ਕਈ ਵਾਰੀ ਟਾਈਪਿੰਗ ਦੇ ਵਿੱਚ ਆ ਜਾਂਦੀ ਆ ਮੁਸ਼ਕਿਲ, ਠੀਕ ਹੈ, ਕਿਉਂਕਿ ਕਈ ਵਾਰ ਪੰਜਾਬੀ 'ਚ ਆਪਸ਼ਨ ਹੋ ਜਾਂਦੀ ਆ, ਕਈ ਵਾਰੀ ਇੰਗਲਿਸ਼ ਦੇ ਵਿੱਚ ਕੁਝ ਟਾਈਪ ਕਰਨਾ ਪੈ ਜਾਂਦਾ, ਤਾਂ ਉਹਦੇ ਕਰਕੇ ਪ੍ਰੋਬਲਮ ਆ ਜਾਂਦੀ ਆ। ਅੱਗੇ ਦੇਖੋ, ਸੰਵਿਧਾਨ ਸਭਾ ਦਾ ਪ੍ਰਧਾਨ ਕੌਣ ਸੀ? ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਪੁੱਛ ਲਿਆ ਜਾਵੇ, ਨਾ ਸਥਾਈ ਲਿਖਿਆ ਨਾ ਅਸਥਾਈ ਲਿਖਿਆ, ਠੀਕ ਹੈ, ਤਾਂ ਸੰਵਿਧਾਨ ਸਭਾ ਕੀ ਹੁੰਦੀ ਆ? ਮੀਟਿੰਗ। ਸੰਵਿਧਾਨ ਸਭਾ ਦਾ ਪ੍ਰਧਾਨ ਕੌਣ ਸੀ? ਸਥਾਈ ਰੂਪ ਦੇ ਵਿੱਚ ਤਾਂ ਫਿਰ ਡਾਕਟਰ ਰਜਿੰਦਰ ਪ੍ਰਸਾਦ ਹੀ ਸੀ ਨਾ। ਤਾਂ ਫਿਰ ਅਸੀਂ ਆਪਸ਼ਨ ਬੀ ਲਗਾਵਾਂਗੇ, ਕਿਉਂਕਿ ਨਾ ਉਹਨੇ ਸਥਾਈ ਲਿਖਿਆ ਨਾ ਅਸਥਾਈ ਲਿਖਿਆ। ਅੱਗੇ ਆ ਜੀ, ਰਾਜ ਸਭਾ ਦੀ ਪ੍ਰਧਾਨਗੀ ਕੌਣ ਕਰਦਾ ਹੈ? ਹਾਂਜੀ, ਜਿਹੜੀ ਰਾਜ ਸਭਾ ਦੀ ਮੀਟਿੰਗ ਹੁੰਦੀ ਆ ਉਸ ਦੀ ਪ੍ਰਧਾਨਗੀ ਕੌਣ ਕਰਦਾ ਹੈ? ਰਾਜ ਸਭਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਾ ਹੈ ਜੀ, ਹਾਂਜੀ, ਤਾਂ ਇਹ ਕਰਦੇ ਆ ਰਾਜ ਸਭਾ ਦੀ ਪ੍ਰਧਾਨਗੀ ਕੌਣ ਕਰਦਾ ਹੈ? ਉਪ ਰਾਸ਼ਟਰਪਤੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ, ਠੀਕ ਹੈ ਜੀ। ਅੱਗੇ, ਅਪਾਤਕਾਲ ਦੀ ਘੋਸ਼ਣਾ ਕੌਣ ਕਰਦਾ ਹੈ?
ਹਾਂਜੀ, ਕਿਸੇ ਵੀ ਦੇਸ਼ ਦੇ ਵਿੱਚ ਜਦੋਂ ਆਪਾਤਕਾਲ ਦੀ ਘੋਸ਼ਣਾ ਹੁੰਦੀ ਆ ਤਾਂ ਉਸ ਦੇਸ਼ ਦਾ ਪ੍ਰੈਜ਼ੀਡੈਂਟ ਆ ਜੋ ਉਹੀ ਆਪਾਤਕਾਲ ਦੀ ਘੋਸ਼ਣਾ ਕਰਦਾ ਨਾ। ਜਿਵੇਂ ਪਿੱਛੇ ਜੇ ਨਿਊਜ਼ੀਲੈਂਡ ਦੇ ਵਿੱਚ ਬਰਫ਼ ਦਾ ਤੂਫਾਨ ਆਇਆ ਤਾਂ ਉੱਥੇ ਕਿਹਨੇ ਘੋਸ਼ਣਾ ਕੀਤੀ? USA ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਘੋਸ਼ਣਾ ਕੀਤੀ ਸੀ ਆਪਾਤਕਾਲ ਦੀ। ਠੀਕ ਹੈ, ਫਿਰ ਜੇ ਆਪਾਂ ਗੱਲ ਕਰੀਏ ਪਾਕਿਸਤਾਨ ਦੇ ਵਿੱਚ ਵੀ ਆਪਾਤਕਾਲ ਲੱਗਿਆ ਤਾਂ ਕਿਹਨੇ ਘੋਸ਼ਣਾ ਕੀਤੀ ਸੀ ਪਾਕਿਸਤਾਨ ਦੇ ਵਿੱਚ ਆਪਾਤਕਾਲ ਦੀ? ਹੜ੍ਹਾਂ ਕਾਰਨ RFLB ਨੇ ਘੋਸ਼ਣਾ ਕੀਤੀ ਸੀ। ਠੀਕ ਹੈ, ਫਿਰ ਜੇ ਆਪਾਂ ਗੱਲ ਕਰੀਏ ਸ਼੍ਰੀਲੰਕਾ ਦੀ, ਰੀਸੈਂਟਲੀ ਆਰਥਿਕ ਸੰਕਟ ਚੱਲ ਰਿਹਾ ਸੀ ਉੱਥੇ, ਤਾਂ ਉਹ ਘੋਸ਼ਣਾ ਕਿਹਨੇ ਕੀਤੀ ਸੀ? ਉੱਥੋਂ ਦੇ ਪ੍ਰੈਜ਼ੀਡੈਂਟ ਰਣਿਲ ਵਿਕਰਮ ਸ਼ਰਮਾ ਨੇ ਕੀਤੀ ਸੀ। ਠੀਕ ਹੈ, ਰਣਿਲ ਵਿਕਰਮ ਸਿੰਘੇ ਨੇ ਕੀਤੀ ਸੀ। ਇਸ ਤਰ੍ਹਾਂ ਤੁਸੀਂ ਯਾਦ ਰੱਖਣਾ। ਠੀਕ ਹੈ, ਤਾਂ ਕੌਣ ਕਰਦਾ ਹੈ? ਮਤਲਬ ਕਿ ਆਪਣਾ ਮਾਈਂਡ ਜ਼ਰੂਰ ਸੈੱਟ ਕਰਿਆ ਕਰੋ ਐਗਜ਼ਾਮ ਦੇ ਵਿੱਚ ਇੰਨਾ ਕਿ ਆਪਾਤਕਾਲ ਦੀ ਘੋਸ਼ਣਾ ਕੌਣ ਕਰਦਾ। ਤਾਂ ਤੁਸੀਂ ਦੇਖਿਆ ਕਰੋ ਕਿ ਐਟ ਪ੍ਰੈਜ਼ੈਂਟ ਅਸੀਂ ਉਹ ਨਿਊਜ਼ ਦੇਖੀ ਸੀ, ਉਹਨੇ ਕੀਤੀ ਸੀ, ਇੱਦਾਂ ਦਾ ਕੁਛ ਮਾਈਂਡ ਦੇ ਵਿੱਚ ਆ ਜੇ ਨਾ ਤਾਂ ਸਾਡਾ ਜਿਹੜਾ ਕਾਫੀ ਜਾਣੀ ਕਿ ਆਪਾਂ ਕਹਿ ਸਕਦੇ ਹਾਂ ਕਾਫੀ ਸਾਨੂੰ ਡਿਫਿਕਲਟ ਸਮ ਵੀ ਅਸੀਂ ਈਜ਼ੀ ਕਰ ਸਕਦੇ ਹਾਂ ਜਦੋਂ ਆਪਾਂ ਕੋਈ ਨਾ ਕੋਈ ਚੀਜ਼ ਕਿਤੇ ਧਿਆਨ ਨਾਲ ਸੁਣੀ ਹੁੰਦੀ ਹੈ ਪਰ ਯਾਦ ਆ ਜੀ। ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ, 8ਵੀਂ ਸੂਚੀ ਵਿੱਚ ਹੁਣ ਕਿੰਨੀਆਂ ਭਾਸ਼ਾਵਾਂ ਦਾ ਵਰਣਨ ਹੈ? ਹਾਂਜੀ, ਐਟ ਪ੍ਰੈਜ਼ੈਂਟ ਸੰਵਿਧਾਨ ਦੇ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਆ? 22 ਨੂੰ। ਤਾਂ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਔਰ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਨਾਲ ਹੀ ਨਾਲ ਕਮੈਂਟ ਬਾਕਸ ਦੇ ਵਿੱਚ ਇਹ ਜ਼ਰੂਰ ਦੱਸ ਦੇਣਾ ਕਿ ਤੁਹਾਡੇ ਕਿੰਨੇ ਨੰਬਰ ਆਏ ਇਸ ਟੈਸਟ ਦੇ ਵਿੱਚੋਂ। ਠੀਕ ਹੈ ਜੀ, ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।